ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 38 ਤੇ ਹੇਠੋਂ 8 ਪੰਕਤੀਆਂ ਛੱਡ ਕੇ ਹੈ, ਹੇਠੋਂ 8 ਲਾਈਨਾਂ ਛੱਡ ਕੇ ਹੈ। 2 ਨੰਬਰ। ਪਿਰ ਸਾਲਾਹਣ ਆਪਣਾ, ਤਿਨ ਕੈ ਹਉ ਸਦ ਬਲਿਹਾਰੈ ਜਮ। ਜਦੋਂ ਕਿਸੇ ਵਾਕ 'ਚ ਹਉ ਆ ਜੇ, ਮੈਂ ਆ ਜੇ, ਤੂੰ ਆ ਜੇ, ਅੱਗੇ ਜਿਹੜੀ ਫਿਰ ਕਿਰਿਆ ਹੁੰਦੀ ਹੈ ਉਹ ਨਕਰਾ ਹੀ ਬੋਲੀ ਜਾਂਦੀ। ਜਾਓ ਨੂੰ ਫਿਰ ਆਪਾਂ ਪੜਾਂਗੇ ਜਾਉ। ਜਾਓ ਦਾ ਮਤਲਬ ਹੈ ਤੁਸੀਂ ਜਾਓ, ਜਾਉ ਦਾ ਮਤਲਬ ਮੈਂ ਜਾਂਦਾ ਹਾਂ। ਜਿਵੇਂ ਖਾਓ, ਇਹਦਾ ਮਤਲਬ ਤੁਸੀਂ ਖਾਓ, ਖਾਓ ਮੈਂ ਖਾਂਦਾ ਹਾਂ। ਹਉ ਸਦ ਬਲਿਹਾਰੈ ਜਾਉ, ਮਨ ਤਨ ਅਰਪੀ, ਕਿਉਂਕਿ ਇਹਦਾ ਹਉ ਨਾਲ ਸੰਬੰਧ ਹੈ, ਇਸ ਲਈ ਅਰਪੀ, ਪੱਪੇ ਨੂੰ ਬਿਹਾਰੀ ਬਿੰਦੀ, ਸਿਰ ਦੇਈ, ਈੜੀ ਨੂੰ ਬਿਹਾਰੀ ਬਿੰਦੀ, ਤਿਨ ਕੈ ਲਾਗਾਂ, ਗੱਗੇ ਨੂੰ ਕੰਨਾ ਬਿੰਦੀ, ਪਾਈ। ਜਿਨੀ ਇੱਕ ਪਛਾਣਿਆ, ਦੂਜਾ ਭਾਉ ਚੁਕਾਏ, ਗੁਰਮੁਖ ਨਾਮ ਪਛਾਣੀਏ, ਨਾਨਕ ਸੱਚ ਸਮਾਏ। ਪਿਰ ਸਾਲਾਹਣ ਆਪਣਾ, ਜਿਹੜੀਆਂ ਆਪਣੇ ਪ੍ਰਭੂ ਪਤੀ ਦੀ ਸਿਫਤ ਸਲਾਹ ਕਰਦੀਆਂ ਹਨ, ਉਹਦਾ ਨਾਮ ਜਪਦੀਆਂ ਹਨ। ਤਿਨ ਕੈ ਹਉ ਸਦ ਬਲਿਹਾਰੈ ਜਾਂ, ਉਹਨਾਂ ਤੋਂ ਮੈਂ ਸਦਾ ਹੀ ਬਲਿਹਾਰ ਜਾਂਦੀ ਹਾਂ। ਕਹਿੰਦੇ ਜਿਹੜੀਆਂ ਆਪਣੇ ਪ੍ਰਭੂ ਪਤੀ ਦੀ ਸਿਫਤ ਸਲਾਹ ਕਰਦੀਆਂ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦੀ ਹਾਂ। ਮਨ ਤਨ ਅਰਪੀ, ਸਿਰ ਦੇਈ, ਤਿਨ ਕੈ ਲਾਗਾਂ ਪਾਏ। ਮੈਂ ਆਪਣਾ ਮਨ, ਤਨ, ਆਪਣਾ ਸਿਰ ਉਹਨਾਂ ਨੂੰ ਅਰਪਣ ਕਰਦੀ ਹਾਂ। ਤਿਨ ਕੈ ਲਾਗਾਂ ਪਾਏ, ਅਤੇ ਮੈਂ ਉਹਨਾਂ ਦੇ ਪੈਰੀਂ ਲੱਗਦੀ ਹਾਂ। ਕੱਲ੍ਹ ਮੈਂ ਦੱਸਿਆ ਸੀ, ਜੇ ਪਾਏ ਪੜ੍ਹੋਗੇ ਤਾਂ ਫਾਰਸੀ ਦਾ ਸ਼ਬਦ ਹੈ, ਪਾਏ ਬੋਲੋਗੇ ਹਿੰਦੀ ਦਾ ਸ਼ਬਦ ਹੈ। ਇਹ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਇਸ ਨੂੰ ਪਾਏ ਵੀ ਬੋਲ ਸਕਦੇ ਹੋ, ਪਾਏ ਵੀ ਬੋਲ ਸਕਦੇ ਹੋ। ਮੈਂ ਉਹਨਾਂ ਨੂੰ ਆਪਣਾ ਮਨ ਤਨ ਅਰਪਣ ਕਰਾਂਗੀ, ਆਪਣਾ ਸਿਰ ਉਹਨਾਂ ਨੂੰ ਭੇਟ ਕਰਾਂਗੇ। ਮੈਂ ਉਹਨਾਂ ਦੇ ਪੈਰੀਂ ਲੱਗਦੀ ਹਾਂ। ਜਿਨ ਕੈ ਲਾਗਾਂ ਪਾਏ, ਜਿਨੀ ਇੱਕ ਪਛਾਣਿਆ, ਦੂਜਾ ਭਾਉ ਚੁਕਾਏ। ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਜਾਣ ਲਿਆ ਹੈ, ਆਪਣੇ ਦਾ ਦੂਜਾ ਭਾਵ ਹੁੰਦਾ ਮਾਇਆ ਦਾ ਮੋਹ, ਚੁਕਾਏ ਮੈਨੇ ਖਤਮ ਕਰ ਲੈਣਾ। ਜਿਨ੍ਹਾਂ ਨੇ ਪਰਮਾਤਮਾ ਨੂੰ ਪਹਿਚਾਨ ਲਿਆ ਹੈ ਅਤੇ ਆਪਣੇ ਅੰਦਰ ਮਾਇਆ ਦਾ ਮੋਹ ਖਤਮ ਕਰ ਲਿਆ ਹੈ, ਗੁਰਮੁਖ ਨਾਮ ਪਛਾਣੀਏ, ਨਾਨਕ ਸੱਚ ਸਮਾਏ। ਗੁਰੂ ਦੇ ਰਾਹੀਂ ਨਾਮ ਦਾ ਪਤਾ ਲੱਗਦਾ ਹੈ, ਨਾਮ ਦਾ ਗੁਰੂ ਰਾਹੀਂ ਪਤਾ ਲੱਗਦਾ। ਜਦੋਂ ਫਿਰ ਪਹਿਚਾਣ ਲੈਂਦਾ ਬੰਦਾ ਪਰਮਾਤਮਾ ਨੂੰ, ਨਾਨਕ ਸੱਚ ਸਮਾਏ। ਗੁਰੂ ਮੈਂ ਕਹਿੰਦਾ ਫਿਰ ਉਹ ਜੀਵ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ, ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਦੋਂ ਗੁਰੂ ਦੇ ਰਾਹੀਂ ਉਹਨੂੰ ਪਰਮਾਤਮਾ ਦੀ ਪਹਿਚਾਣ ਹੁੰਦੀ ਹੈ। ਸੋ ਗੁਰੂ ਦਾ ਜਿਹੜਾ ਰੋਲ ਹੈ ਇਹ ਬਹੁਤ ਵੱਡਾ ਹੁੰਦਾ ਹੈ ਧਰਮ ਦੇ ਵਿੱਚ। ਵੈਸੇ ਤਾਂ ਆਪਾਂ ਕੋਈ ਵੀ ਕਿਸੇ ਤੋਂ ਗੁਣ ਸਿੱਖਣਾ ਹੈ, ਕਿ ਕੋਈ ਉਹਨੂੰ ਟੀਚਰ ਕਹਿ ਦਿੰਦਾ ਹੈ। ਜਿਹੜਾ ਸੰਸਾਰੀ ਵਿੱਦਿਆ ਇਹ ਵੀ ਗੁਣ ਹੈ, ਵਿੱਦਿਆ ਸਿੱਖਣੀ ਹੈ ਟੀਚਰ ਚਾਹੀਦਾ ਹੈ। ਕਿ ਤੁਸੀਂ ਮਕੈਨਿਕ ਬਣਨਾ ਤਾਂ ਜਿਸ ਤੋਂ ਤੁਸੀਂ ਸਿੱਖੋਗੇ ਉਹਦੇ ਲਈ ਉਹ ਮਾਸਟਰ ਹੈ। ਇਸ ਤਰ੍ਹਾਂ ਕੋਈ ਗੁਣ ਸਿੱਖਣ ਲਈ ਕੋਈ ਨਾ ਕੋਈ ਟੀਚਰ ਜਾਂ ਗੁਰੂ ਤਾਂ ਹੋਣਾ ਚਾਹੀਦਾ ਨਾ, ਤਾਂ ਹੀ ਆਏਗਾ ਨਾ।
ਰੱਬ ਦੇ ਗੁਣ ਸਿੱਖਣ ਲਈ, ਰੱਬ ਨੂੰ ਪ੍ਰਾਪਤ ਕਰਨ ਲਈ ਜਿਹੜਾ ਸਭ ਤੋਂ ਵਧੀਆ ਟੀਚਰ ਹੈ ਉਹ ਹੈ ਗੁਰੂ। ਕਿਉਂਕਿ ਗੁਰੂ ਨੇ ਪਰਮਾਤਮਾ ਨੂੰ ਵੇਖਿਆ ਹੁੰਦਾ, ਉਹ ਪਰਮਾਤਮਾ ਤੱਕ ਪਹੁੰਚੇ ਹੁੰਦੇ ਨੇ। ਸਾਨੂੰ ਕੋਈ ਵਿਅਕਤੀ ਉੱਥੋਂ ਤੱਕ ਹੀ ਲਿਜਾ ਸਕਦਾ ਜਿੱਥੋਂ ਤੱਕ ਉਹ ਆਪ ਗਿਆ ਹੋਇਆ ਹੋਵੇ। ਹੁਣ ਗੁਰੂ ਮਹਾਰਾਜ ਧੁਰ ਤੱਕ ਗਏ ਹੁੰਦੇ ਨੇ, ਇਸ ਲਈ ਉਹ ਸਾਨੂੰ ਧੁਰ ਤੱਕ ਲਿਜਾ ਸਕਦੇ ਹਨ ਜੇ ਅਸੀਂ ਉਹਨਾਂ ਦੇ ਆਖੇ ਲੱਗਦੇ ਰਹੀਏ। ਜਿਵੇਂ ਉਹ ਤੁਰ ਰਹੇ ਨੇ, ਉਹਨਾਂ ਦੇ ਮਗਰ ਮਗਰ ਤੁਰੀ ਜਾਣਾ ਹੈ, ਅਸੀਂ ਉਹਨਾਂ ਦੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਜੇ ਮੰਨ ਲਓ ਤੁਹਾਨੂੰ ਸੰਸਾਰਕ ਚੀਜ਼ਾਂ ਚਾਹੀਦੀਆਂ, ਬਾਣੀ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ, ਤੁਹਾਨੂੰ ਸੰਸਾਰਕ ਚੀਜ਼ਾਂ ਮਿਲ ਜਾਣਗੀਆਂ। ਮਾਇਆ ਵੀ ਮਿਲ ਜਾਏਗੀ, ਕਾਰੋਬਾਰ 'ਚ ਵਾਧੇ ਵੀ ਹੋ ਜਾਣਗੇ, ਨੌਕਰੀ ਨਹੀਂ ਮਿਲਦੀ ਉਹ ਵੀ ਮਿਲ ਜਾਏਗੀ, ਕੋਈ ਰੁਕਾਵਟ ਆ ਰਹੀ ਉਹ ਦੂਰ ਹੋ ਜਾਏਗੀ, ਤੁਹਾਡਾ ਕੋਈ ਕਾਰਜ ਰਾਸ ਨਹੀਂ ਹੈ, ਕਾਰਜ ਰਾਸ ਹੋ ਜਾਏਗਾ। ਸੰਸਾਰਕ ਵਸਤੂਆਂ ਬਾਣੀ ਦੇ ਨਾਲ ਮਿਲ ਸਕਦੀਆਂ ਹਨ। ਆਪਣਾ ਜੀਵਨ ਭਾਵੇਂ ਕਿਸੇ ਦਾ ਕਿਹੋ ਜਿਹਾ ਵੀ ਹੋਵੇ, ਬਾਣੀ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ ਤਾਂ ਸੰਸਾਰਕ ਪਦਾਰਥ ਤੁਹਾਨੂੰ ਮਿਲ ਜਾਣਗੇ। ਪਰ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ, ਫਿਰ ਤੁਹਾਨੂੰ ਗੁਰੂ ਦੇ ਮਗਰ ਮਗਰ ਜਾਣਾ ਪੈਣਾ, ਫਿਰ ਗੁਰੂ ਦੇ ਆਖੇ ਲੱਗਣਾ ਪੈਣਾ। ਕਿਉਂਕਿ ਸੁੱਖ ਜਿਹੜਾ ਹੈ ਇਹ ਸੰਸਾਰਕ ਪਦਾਰਥਾਂ 'ਚ ਨਹੀਂ ਹੈ। ਪਹਿਲਾਂ ਆਪਾਂ ਨੂੰ ਲੱਗਦਾ ਵੀ ਮੇਰੇ ਕੋਲ ਆਹ ਚੀਜ਼ ਮੈਂ ਸੁਖੀ ਹੋ ਜਾਵਾਂਗਾ, ਆਹ ਮੈਂ ਸੁਖੀ ਹੋ ਜਾਵਾਂਗਾ। ਜਦੋਂ ਉਹੀ ਚੀਜ਼ ਮਿਲ ਜਾਂਦੀ ਹੈ, ਕੁਝ ਸਮੇਂ ਬਾਅਦ ਉਹੀ ਚੀਜ਼ ਦੁੱਖਾਂ ਦਾ ਕਾਰਨ ਬਣ ਜਾਂਦੀ। ਜੇ ਸੁੱਖ ਚਾਹੀਦੇ ਨੇ, ਫਿਰ ਬਾਣੀ ਅਨੁਸਾਰ ਜੀਵਨ ਜਿਉਣਾ ਪਏਗਾ। ਹਾਂ, ਉਂਝ ਬਾਣੀ ਪੜ੍ਹ ਕੇ ਤੁਹਾਡੇ ਸੰਸਾਰ ਕੰਮ ਹੁੰਦੇ ਰਹਿਣਗੇ, ਉਹ ਹੁੰਦੇ ਰਹਿਣਗੇ, ਪਰ ਉਹਦੇ ਨਾਲ ਸੁੱਖ ਨਹੀਂ ਮਿਲੇਗਾ। ਸੁੱਖ ਚਾਹੀਦਾ, ਪਰਮਾਤਮਾ ਚਾਹੀਦਾ, ਫਿਰ ਜਿਵੇਂ ਬਾਣੀ ਕਹਿੰਦੀ ਉਵੇਂ ਕਰਨਾ ਪਏਗਾ। ਇਸ ਤਰ੍ਹਾਂ ਬੰਦਾ ਕਰਨ ਨੂੰ ਤਿਆਰ ਨਹੀਂ, ਇਸ ਲਈ ਸਾਰੇ ਸੰਸਾਰਕ ਪਦਾਰਥ ਹੋਣ ਦੇ ਬਾਵਜੂਦ ਵੀ ਉਹ ਦੁਖੀ ਰਹਿੰਦਾ, ਦੁਖੀ ਰਹਿੰਦਾ, ਕਿਉਂਕਿ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਦਾ ਨਹੀਂ ਹੈ। ਨਿਰਾ ਬਾਣੀ ਪੜ੍ਹਨ ਦੇ ਨਾਲ ਤਾਂ ਸਾਨੂੰ ਗਿਆਨ ਹੁੰਦਾ ਹੈ, ਪਰ ਜਿੰਨਾ ਚਿਰ ਉਸ ਗਿਆਨ ਦਾ ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਉਹ ਪ੍ਰਾਪਤੀ ਨਹੀਂ ਹੁੰਦੀ। ਗਿਆਨ ਹੋ ਗਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ, ਗਿਆਨ ਹੋ ਗਿਆ ਭਾਈ ਸਿਮਰਨ ਕਰੋ ਤੁਹਾਨੂੰ ਸੁੱਖ ਮਿਲੇਗਾ। ਪਰ ਬੰਦਾ ਸਿਮਰਨ ਕਰਦੇ ਹੀ ਨਹੀਂ, ਫਿਰ ਨਹੀਂ ਸੁੱਖ ਮਿਲੇਗਾ। ਗਿਆਨ ਤੇ ਹੋ ਗਿਆ, ਸਿਮਰਨ ਕਰੋ ਤੁਹਾਨੂੰ ਸੁੱਖ ਮਿਲੇਗਾ, ਪਰ ਉਹ ਪ੍ਰੈਕਟੀਕਲ ਨਹੀਂ ਕਰਦਾ, ਇਸ ਲਈ ਦੁਖੀ ਤਾਂ ਦੁਖੀ ਰਹਿੰਦਾ। ਗਿਆਨ ਉਹੀ ਲਾਭਦਾਇਕ ਹੁੰਦਾ ਜਿਸ ਦੀ ਅਸੀਂ ਵਰਤੋਂ ਕਰਦੇ ਹਾਂ। ਵਰਤੋਂ ਹੀ ਨਹੀਂ ਕਰਨੀ ਤੇ ਫਿਰ ਉਸ ਗਿਆਨ ਨੂੰ ਕੀ ਕਰਨਾ, ਸਿਰ 'ਚ ਮਾਰਨਾ ਉਸ ਨੂੰ। ਵਰਤੋਂ ਕਰਨੀ ਗਿਆਨ ਦੀ, ਫਿਰ ਜੀਵਨ ਬਦਲਦਾ। ਜਦੋਂ ਜੀਵਨ ਬਦਲਦਾ ਤਾਂ ਫਿਰ ਜਾ ਕੇ ਕੋਈ ਗੱਲ ਬਣਦੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਨਾਮ ਪਛਾਣੀਐ। ਗੁਰੂ ਦੇ ਰਾਹੀਂ ਨਾਮ ਦੀ ਪਾਪ ਪਰਮਾਤਮਾ ਦਾ ਪਤਾ ਲੱਗਦਾ ਹੈ। ਨਾਨਕ ਸੱਚ ਸਮਾਏ, ਫਿਰ ਮਨੁੱਖ ਉਸ ਸੱਚ ਦੇ ਵਿੱਚ, ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਸ਼੍ਰੀ ਰਾਗ ਮਹਿਲਾ ਤੀਜਾ। ਹਰਿ ਜੀ ਸੱਚਾ ਸੱਚ ਤੂੰ, ਸਭ ਕਿਛ ਤੇਰੇ ਚੀਰੇ। ਲੱਖ 84 ਤਰਸਦੇ ਫਿਰੇ, ਬਿਨ ਗੁਰ ਭੇਟੇ ਪੀਰੇ। ਹਰ ਜੀਉ ਬਖਸ਼ੇ ਬਖਸ਼ ਲਏ। ਬਖਸ਼ੇ ਫਾਰਸੀ ਦਾ ਸ਼ਬਦ ਹੈ। ਖੱਖੇ ਦੇ ਪੈਰ 'ਚ ਵੀ ਬਿੰਦੀ, ਸੱਸੇ ਦੇ ਪੈਰ 'ਚ ਵੀ ਬਿੰਦੀ। ਹਰ ਜੀਉ ਬਖਸ਼ੇ ਬਖਸ਼ ਲਏ। ਸੂਖ ਸਦਾ ਸਰੀਰੈ, ਗੁਰ ਪ੍ਰਸਾਦੀ ਸੇਵ ਕਰੇ। ਸਚ ਗਹਿਰ ਗੰਭੀਰੈ,
ਹਰ ਜੀ ਸੱਚਾ ਸੱਚ ਤੂੰ, हे परमात्मा तू सदा ही सच है। आद सच, जुगाद सच, है भी सच, नानक होसी भी। त्रैकालदर्शी सच है। सिर्फ सच ही हमेशा रहिंदा है, बाकी सब ने बिनस जाना है कि बाकी तो कूड़ है। राजा प्रजा सब कूड़ च शामिल है। कूड़ राजा, कूड़ प्रजा, कूड़ सब संसार। हर एक चीज़ ने बिनस जाना है, सिर्फ नहीं बिनसना तो परमात्मा ने नहीं बिनसना। इसलिए परमात्मा जिथे रहिंदा उन्होंने कहते हैं सचखंड। धरती का वो टुकड़ा जिहड़ा सदा रहन वाला है, वो है सचखंड। बाकी सब ने समा पा के, क्या सूरज, क्या चन्न, क्या तारे, क्या 14 पुरियाँ, सब ने समा पा के खत्म हो जाना। मन मेरे नहीं सॉरी हर जी सच्चा सच तूं, सब कुछ तेरा चीरै। चीरै हुंदा वस विच। हे परमात्मा सब कुछ तेरे वस च। अस तो कई बारी बेवस हो जाने। ना जी मेरे वास्ते तो है नहीं। जिवें चंडीगढ़ पुलिस की ड्यूटी लाए, आ जिहड़े पार्कां च गंद पाउंदे ने लोग, लड़के लड़कियां, हटाओ इन्हां नूं। उन्हां हत्थ खड़े करते कि जी साडे वास्ते नहीं। क्यों? ये वड्डे वड्डे अफसरां दे बच्चे ने, असीं किसी नूं की कहीए। क्योंकि मैं कल परसों ही कहा सी, क्या कानून, क्या पुलिस, क्या सरकार, सब दा माड़े ते जोर चलदा। तकड़े तो सारे डरदे ने। तकड़े तो सारे डरदे। अगला कहंदा की करिए जी। कोई कहते मैं फलाने दा मुंडा, कोई कहते फलाने दा कुड़ी है, मैं फलाने दी कुड़ी है। इसलिए साडे हत्थ खड़े ने। ये तो दिन ही लगे होंदे पार्कां च। इन्नी शर्म लाई हुई है लड़के लड़कियां ने। अजे ठीक है, अपना शहर थोड़ा छोटा है, जो हाल इत्थे भी दिनों दिन माड़ा हो जा रहा। सो गुरु महाराज कहते सब कुछ तेरा चीर है, सब कुछ तेरे वस च। तू सदा रहन वाला है तो सब कुछ तेरे वस च। 184 तरसदे फिरे, बिन गुर भेटे पीरे। बिना गुरु तो मिले बिना, गुरु तो मिले बिना। मनुख 84 ਲੱਖ ਜੂਨੇ 'ਚ ਭਟਕਦਾ ਰਹਿੰਦਾ ਤੇ ਤਰਸਦਾ ਰਹਿੰਦਾ ਕਿਵੇਂ ਸਾਨੂੰ ਪਰਮਾਤਮਾ ਮਿਲੇ। ਉਹ ਗੁਰੂ ਤੋਂ ਬਿਨਾਂ ਮਿਲਦਾ ਨਹੀਂ। ਭੇਟੇ ਹੁੰਦਾ ਮਿਲਣਾ, ਵੀ ਗੁਰੂ ਪੀਰ ਨੂੰ ਮਿਲੇ ਤੋਂ ਬਿਨਾਂ ਉਹ ਨਹੀਂ ਮਿਲਦਾ। ਹਰ ਜੀਉ ਬਖਸ਼ੇ ਬਖਸ਼ ਲਏ, ਸੁਖ ਸਦਾ ਸਰੀਰ ਹੈ। हाँ परमात्मा जे बख्शना चाहे तो इस इंसान नूं बख्श सकता है, फिर उहदे शरीर नूं सुख प्राप्त हुंदा है कि परमात्मा नहीं बख्शदा। गुर प्रसादी सेव करी सच गहर गंभीर है। फिर गुरु की किरपा नाल मनुख वो परमात्मा गहर गंभीर है, जो बहुत गंभीर है। ਉਹਦੀ सेवा करता, भाव ਉਹਦਾ सिमरन करता। गहर मतलब क्या? डूंगा? हाँ डूंगे ने कहते भाव बहुत बहुत गंभीर गया। ये बड़ा गंभीर है जी बंदा। मन मेरे नाम रते सुख होए, गुरमति नाम सलाही है, दूजा अवर न कोय रहा। मन मेरे, हे मेरे मन, नाम रते सुख होए। ਜਦੋਂ ਮਨੁੱਖ ਨਾਮ ਨਾਲ ਰੰਗਿਆ ਜਾਂਦਾ ਫਿਰ ਉਹਨੂੰ ਸੁੱਖ ਮਿਲਦਾ। ਬਸ ਸੁੱਖ ਨਾਮ 'ਚ ਹੀ ਹੈ। ਤਾਂ ਹੀ ਗੁਰੂ ਕਹਿੰਦੇ ਸੁੱਖ ਨਾਹੀ ਰੇ ਹਰ ਭਗਤ ਬਿਨਾ। ਹਰੀ ਦੀ ਭਗਤੀ ਤੋਂ ਬਿਨਾ ਸੁੱਖ ਹੈ ਹੀ ਨਹੀਂ ਹੈ। ਨਾਮ ਰਤੇ ਸੁੱਖ ਹੋਏ।
ਜਿਹੜੇ ਨਾਮ ਨਾਲ ਰੰਗੇ ਗਏ ਨੇ ਉਹਨਾਂ ਨੂੰ ਸੁਖ ਮਿਲਦਾ ਹੈ। ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨਾ ਕੋਈ। ਇਸ ਲਈ ਗੁਰੂ ਦੀ ਮੱਤ 'ਤੇ ਚੱਲ ਕੇ ਨਾਮ ਦੀ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਕਿਉਂਕਿ ਹੋਰ ਦੂਜਾ ਅਵਰ ਹੋਰ ਤਾਂ ਕੋਈ ਸਾਧਨ ਹੀ ਨਹੀਂ ਹੈ। ਹੋਰ ਕਿਸੇ ਤਰੀਕੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ ਜਾ ਸਕਦੀ। ਇਹ ਤਾਂ ਗੁਰੂ ਦੀ ਮੱਤ 'ਤੇ ਚੱਲ ਕੇ ਇਹ ਨਾਮ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ, ਕਿਉਂਕਿ ਗੁਰੂ ਫਿਰ ਗੁਰਮੰਤਰ ਦਿੰਦਾ, ਮਨੁੱਖ ਫਿਰ ਉਸ ਦਾ ਜਾਪ ਕਰਦਾ। ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ। ਦੁਸ਼ਟ ਸੱਸੇ ਦੇ ਪੈਰ 'ਚ ਬਿੰਦੇ। ਦੂਜੇ ਭਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ ਮਨ, ਜਪਹਿ ਏਕ ਮੁਰਾਰ। ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨ ਹਾਰ। ਧਰਮ ਰਾਏ ਨੂੰ ਹੁਕਮ ਹੈ, ਧਰਮ ਰਾਜ ਨੂੰ ਹੁਕਮ ਹੈ ਕਿ ਬਹਿ ਸੱਚਾ ਧਰਮ ਵਿਚਾਰ, ਕਿ ਤੂੰ ਜਿਹੜਾ ਧਰਮ ਦੇ ਅਨੁਸਾਰ ਫੈਸਲੇ ਕਰ ਰਹੇ ਨੇ, ਤੂੰ ਧਰਮ ਦੇ ਅਨੁਸਾਰ ਫੈਸਲੇ ਕਰ ਰਹੇ ਨੇ। ਦੂਜੇ ਭਾਏ ਦੁਸ਼ਟ ਆਤਮਾ, ਆ ਜਿਹੜੇ ਮਾਇਆ ਦੇ ਨਾਲ ਮੋਹ ਕਰਦੇ ਨੇ, ਇਹ ਦੁਸ਼ਟ ਆਤਮਾ ਨੇ, ਉਹ ਤੇਰੀ ਸਰਕਾਰ, ਕਹਿੰਦੇ ਉਹ ਤੇਰੀ ਪ੍ਰਜਾ ਨੇ। ਜਿਹੜੇ ਦੁਸ਼ਟ ਲੋਕ ਨੇ ਧਰਮਰਾਜ ਨੂੰ ਕਹਿੰਦੇ ਉਹ ਤੇਰੀ ਪ੍ਰਜਾ ਨੇ, ਦੇ ਉਹਨਾਂ ਨੂੰ ਦੰਡ ਕਹਿੰਦੇ ਹਨ। ਅਧਿਆਤਮੀ ਹਰ ਗੁਣ ਤਾਸ ਮਨ, ਜਿਹੜੇ ਅਧਿਆਤਮੀ ਧਾਰਮਿਕ ਲੋਕ ਹੁੰਦੇ ਨੇ, ਹਰੀ ਜੋ ਗੁਣਾਂ ਦਾ ਖਜ਼ਾਨਾ ਹੈ, ਗੁਣ ਤਾਸ, ਤਾਸ ਖਜ਼ਾਨੇ ਨੂੰ ਕਹਿੰਦੇ ਨੇ। ਹਰ ਗੁਣ ਤਾਸ, ਹਰੀ ਜੋ ਗੁਣਾਂ ਦਾ ਖਜ਼ਾਨਾ ਹੈ। ਜਿਹੜੇ ਅਧਿਆਤਮੀ ਲੋਕ ਹਨ, ਮਨ ਜਪੈ ਏਕ ਮੁਰਾਰ, ਉਹ ਮਨ ਦੇ ਨਾਲ ਉਸ ਇੱਕ ਪਰਮਾਤਮਾ ਦਾ ਜਾਪ ਕਰਦੇ ਹਨ। ਜਿਹੜੇ ਧਾਰਮਿਕ ਲੋਕ ਨੇ ਉਹ ਪਰਮਾਤਮਾ ਦਾ ਜਾਪ ਕਰਦੇ ਨੇ। ਜਿਹੜੇ ਸੰਸਾਰੀ ਲੋਕ ਨੇ ਉਹ ਮਾਇਆ ਦੇ ਮੋਹ 'ਚ ਨੇ, ਉਹ ਵੱਧ ਤੋਂ ਵੱਧ ਮਾਇਆ ਇਕੱਠੀ ਕਰਨ 'ਤੇ ਲੱਗੇ ਰਹਿੰਦੇ ਨੇ। ਅਤੇ ਗੁਰਬਾਣੀ ਦਾ ਨਿਰਣੈ ਪਾਪਾਂ ਬਾਝੋਂ ਹੋਵੇ ਨਹੀਂ, ਬਹੁਤੀ ਮਾਇਆ ਪਾਪਾਂ ਤੋਂ ਬਿਨਾਂ ਨਹੀਂ ਇਕੱਠੀ ਆਉਂਦੀ। ਚੋਰੀ ਕਰਨੀ ਪਏਗੀ, ਡਾਕੇ ਮਾਰਨੇ ਪੈਣਗੇ, ਠੱਗੀਆਂ ਕਰਨੀਆਂ ਪੈਣਗੀਆਂ, ਮਿਲਾਵਟਾਂ ਕਰਨੀਆਂ ਪੈਣਗੀਆਂ, ਧੋਖਾਧੜੀ ਕਰਨੀ ਪਏਗੀ, ਰਿਸ਼ਵਤਾਂ ਲੈਣੀਆਂ ਪੈਣਗੀਆਂ, ਕਿਉਂਕਿ ਦਸਾਂ ਨੌਂ ਦੀ ਕਿਰਤ ਨਾਲ ਬਹੁਤੀ ਮਾਇਆ ਨਹੀਂ ਇਕੱਠੀ ਹੋ ਸਕਦੀ। ਇਸ ਲਈ ਉਹ ਮਾਇਆ ਨੂੰ ਮੋਹ ਕਰਦੇ ਨੇ, ਇਸ ਲਈ ਉਹ ਦੁਸ਼ਟ ਨੇ। ਕਹਿੰਦੇ ਇਹਨਾਂ ਨੂੰ ਤਾਂ ਦੇ ਸਜ਼ਾ, ਧਰਮ ਦੇ ਅਨੁਸਾਰ ਜੋ ਇਹਨਾਂ ਦੀ ਸਜ਼ਾ ਬਣਦੀ ਇਹਨਾਂ ਨੂੰ ਦੇ। ਪਰ ਜਿਹੜੇ ਧਾਰਮਿਕ ਬੰਦੇ ਨੇ ਉਹ ਉਹਨਾਂ ਦੇ ਮਨ 'ਚ ਹਰੀ ਜੋ ਗੁਣਾਂ ਦਾ ਖਜ਼ਾਨਾ ਹੈ ਉਹ ਵਸਦਾ ਹੈ, ਅਤੇ ਉਹ ਇੱਕ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ। ਫਿਰ ਜਿਹੜੇ ਇਸ ਤਰ੍ਹਾਂ ਨਾਮ ਜਪਦੇ ਨਾ, ਕਹਿੰਦੇ ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨ ਹਾਰ। ਉਹਨਾਂ ਦੀ ਸੇਵਾ ਤੇ ਧਰਮ ਰਾਜ ਵੀ ਕਰਦਾ। ਜਿਹੜੇ ਨਾਮ ਜਪਦੇ ਨਾ ਉਹਨਾਂ ਦੀ ਸੇਵਾ ਧਰਮ ਰਾਜ ਵੀ ਕਰਦਾ। ਧਰਮ ਕਹਿੰਦਾ ਵੀ ਜੇ ਕਿਤੇ ਕੋਈ ਬ੍ਰਹਮ ਗਿਆਨੀ ਧਰਮ ਰਾਜ ਨੂੰ ਮਿਲਣ ਵੀ ਚਲਿਆ ਜਾਵੇ ਨਾ, ਵੈਸੇ ਗੇੜਾ ਲਾਉਣ, ਧਰਮ ਰਾਜ ਆਪਣੀ ਕੁਰਸੀ ਤੋਂ ਖੜਾ ਹੋ ਜਾਂਦਾ, ਉਹਨਾਂ ਦਾ ਸਤਿਕਾਰ ਕਰਦਾ ਕਿ ਵੀ ਜੀ ਆਇਆਂ ਨੂੰ, ਜੀ ਆਇਆਂ ਨੂੰ, ਤੁਸੀਂ ਆਏ ਹੋ ਜੀ। ਧਰਮ ਰਾਜ ਇਹਨਾਂ ਸਤਿਕਾਰ ਕਰਦਾ। ਤਿਨ ਕੀ ਸੇਵਾ ਧਰਮ ਰਾਏ ਕਰੈ। ਆ ਊਨਾ ਜਿਹੜਾ ਹੈ ਨੰਗਲ ਤੋਂ ਅੱਗੇ, ਉੱਥੇ ਮਹਾਂਪੁਰਖਾਂ ਦਾ ਡੇਰਾ ਹੈ, ਬੇਦੀ ਕੁਲ ਵਾਲਿਆਂ ਦਾ। ਉੱਥੇ ਇੱਕ ਲੜਕੀ ਹੁੰਦੀ ਸੀ 16-17 ਸਾਲਾਂ ਦੀ, ਉਹ ਰੋਜ਼ 100 ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ। ਗਲਤੀ ਨਾਲ ਉਹਨੂੰ ਜੰਮ ਲੈਣ ਆ ਗਈ, ਡੈਥ ਹੋ ਗਈ, ਜੰਮ ਲੈਣ ਆ ਗਈ।
ਜਮਾ ਨੂੰ ਪਤਾ ਲੱਗ ਗਿਆ ਵੀ ਓਹੋ ਇਹ ਤਾਂ ਬਹੁਤ ਭਜਨ ਬੰਦਗੀ ਕਰਨ ਵਾਲੀ ਹੈ, ਇਹਨੇ ਤਾਂ ਧਰਮਰਾਜ ਜਾਣਾ ਹੀ ਨਹੀਂ, ਇਹਨੇ ਤਾਂ ਧਰਮਰਾਜ ਕੋਲ ਜਾਣਾ ਹੀ ਨਹੀਂ ਹੈ। ਪਰ ਉਹਨਾਂ ਨੇ ਤਾਂ ਹੁਕਮ ਸੀ ਲੈ ਕੇ ਆਓ। ਉਹ ਆਰਾਮ ਨਾਲ ਉਸ ਨੂੰ ਲੈ, ਕੁਛ ਨਹੀਂ ਕਿਹਾ ਉਹਨੂੰ। ਦੂਜਿਆਂ ਦੇ ਕੁੱਟਦੇ ਲੈ ਜਾਂਦੇ ਨੇ, ਸੰਗਲ ਗਲ 'ਚ ਪਾ ਲੈਂਦੇ ਨੇ, ਠੇਂਗੇ ਮਾਰਦੇ ਨੇ, ਆਰਾਮ ਨਾਲ ਲੈ ਗਏ। ਧਰਮਰਾਜ ਕੋਲ ਜਦੋਂ ਪਹੁੰਚੀ ਨਾ, ਜਦੋਂ ਦੇਖਿਆ ਰਜਿਸਟਰ, ਉਹ ਕੁੜੀ ਕਹਿੰਦੀ ਧਰਮਰਾਜ ਆਪਣੀ ਸੀਟ ਤੋਂ ਖੜਾ ਹੋ ਗਿਆ। ਕਹਿੰਦੇ ਵੀ ਬੇਟਾ ਮੈਨੂੰ ਬੜਾ ਅਫਸੋਸ ਹੈ, ਤੈਨੂੰ ਨਹੀਂ ਸੀ ਲਿਆਉਣਾ, ਤੂੰ ਤਾਂ ਗੁਰੂ ਨਾਨਕ ਦੇ ਦਰ 'ਤੇ ਜਾਣਾ, ਇਹ ਗਲਤੀ ਨਾਲ ਤੈਨੂੰ ਲੈ ਆਏ ਨੇ, ਇਹਨਾਂ ਤੈਨੂੰ ਕੁਛ ਕਿਹਾ ਤਾਂ ਨਹੀਂ? ਮੈਂ ਕਹਿੰਦਾ ਮੈਨੂੰ ਕੁਛ ਨਹੀਂ ਕਿਹਾ। ਕਿ ਬੜਾ ਮੇਰਾ ਆਦਰ ਮਾਣ ਕੀਤਾ, ਜਿੰਨਾ ਚਿਰ ਮੈਨੂੰ ਉੱਥੋਂ ਤੋਰ ਨਹੀਂ ਲਿਆ ਉਹਨਾਂ ਚਿਰ ਖੜੇ ਰਹੇ ਧਰਮਰਾਜ। ਉਹਨਾਂ ਨੂੰ ਕਹਿੰਦਾ ਵੀ ਇਹਨੂੰ ਲੈ ਜਾਓ, ਸਤਿਕਾਰ ਸਹਿਤ ਉੱਥੇ ਛੱਡ ਕੇ ਆਓ। ਉਹ ਕੁੜੀ ਜਿਉਂਦੀ ਹੋ ਗਈ। ਫਿਰ ਉਹਨੇ ਲੋਕਾਂ ਨੂੰ ਦੱਸਿਆ ਵੀ ਐਂ ਹੋਈ ਮੈਨੂੰ ਉੱਥੇ। ਸੋ ਨਾਮ ਜਪਣ ਵਾਲੇ ਦਾ 16-17 ਸਾਲਾਂ ਦੀ ਲੜਕੇ ਇੰਨਾ ਸਤਿਕਾਰ ਕੀਤਾ। ਇਸ ਲਈ ਭਾਈ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਗੁਰੂ ਵਾਲੇ ਹੋਵੋ, ਸ਼ੁਭ ਕਰਮ ਕਰੋ। ਜੇ ਸ਼ੁਭ ਕਰਮ ਨਹੀਂ ਕਰਾਂਗੇ ਤਾਂ ਫਿਰ ਇਹ ਦੁਸ਼ਟ ਆਤਮਾ, ਉਹ ਤੇਰੀ ਸਰਕਾਰ, ਫਿਰ ਅਸੀਂ ਦੁਸ਼ਟਾਂ 'ਚ ਸ਼ਾਮਿਲ ਹੋ ਜਾਵਾਂਗੇ ਅਤੇ ਅਗਲਿਆਂ ਨੇ ਫਿਰ ਸਜ਼ਾਵਾਂ ਦੇਣੀਆਂ। ਧਨ ਸਵਾਰਨਹਾਰ, ਧਨ ਪਰਮਾਤਮਾ ਹੈ ਜਿਹੜਾ ਇਹੋ ਜਿਹੇ ਜੀਵਾਂ ਦੀ ਜ਼ਿੰਦਗੀ ਨੂੰ ਸਵਾਰ ਦਿੰਦਾ ਹੈ। ਉਹ ਸਵਾਰਨ ਵਾਲਾ ਪਰਮਾਤਮਾ ਵੀ ਧਨ ਹੈ। ਮਨ ਕੇ ਵਿਕਾਰ ਮਨ ਹੈ ਤਜੈ, ਮਨ ਚੂਕੈ ਮੋਹ ਅਭਿਮਾਨ, ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ, ਬਿਨ ਸਤਿਗੁਰ ਮੁਕਤ ਨਾ ਪਾਈਐ, ਮਨ ਮੁਖ ਫਿਰੈ ਦੀਵਾਨ, ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ, ਵਿਖਿਆ ਮਾਹੇ ਸਮਾਨ। ਮਨ ਕੇ ਵਿਕਾਰ ਮਨ ਹੈ ਤਜੈ, ਜਦੋਂ ਕੋਈ ਮਨ ਦੇ ਵਿਕਾਰਾਂ ਨੂੰ ਮਨ ਵਿੱਚੋਂ ਛੱਡ ਦਿੰਦਾ ਹੈ, ਤਾਜ ਹੁੰਦਾ ਛੱਡਣਾ, ਤਿਆਗਣਾ। ਜਦੋਂ ਕੋਈ ਮਨੁੱਖ ਮਨ ਦੇ ਜਿਹੜੇ ਵਿਕਾਰ ਨੇ, ਬੁਰਾਈਆਂ ਹਨ, ਉਹਨਾਂ ਨੂੰ ਮਨ ਦੇ ਵਿੱਚੋਂ ਛੱਡ ਦਿੰਦਾ ਹੈ, ਕਿਉਂਕਿ ਬੁਰਾਈ ਪਹਿਲਾਂ ਮਨ ਵਿੱਚ ਪੈਦਾ ਹੁੰਦੀ ਹੈ, ਫਿਰ ਸਰੀਰ ਉਸ ਨੂੰ ਕਰਦਾ ਹੈ। ਸਰੀਰ ਦਾ ਕੋਈ ਨੁਕਸ ਨਹੀਂ ਹੈ, ਪਰ ਕੁੱਟ ਵਿਚਾਰੇ ਸਰੀਰ ਨੂੰ ਪੈਂਦੀ ਹੈ। ਉਹਨੂੰ ਤਾਂ ਪੈਂਦੀ ਹੈ, ਤੂੰ ਮਨ ਦੇ ਆਖੇ ਕਿਉਂ ਲੱਗਾ? ਮਨ ਨੇ ਕਿਹਾ ਚੋਰੀ ਕਰ, ਤੂੰ ਤੁਰ ਪਿਆ ਚੋਰੀ ਕਰਨ, ਉਹਨੂੰ ਤਾਂ ਕੁੱਟ ਪੈਂਦੀ ਹੈ। ਕਿਸੇ ਨੂੰ ਮੈਂ ਕਹਿਣਾ ਵੀ ਆਹ ਲੈ 5 ਲੱਖ ਰੁਪਈਆ, ਫਲਾਣੇ ਨੂੰ ਕਤਲ ਕਰਿਆ, ਉਹ 5 ਲੱਖ ਦੇ ਲਾਲਚ ਕਤਲ ਕਰ ਹੁੰਦਾ, ਫਿਰ ਉਹਨੂੰ ਕੁੱਟ ਪੈਣੀ ਨਾ, ਉਹਨੂੰ ਫਿਰ ਕੁੱਟ ਪੈਣੀ, ਕਿਉਂਕਿ ਉਹਨੇ ਕੀਤਾ। ਜੋ ਸਿਆਣਾ ਹੁੰਦਾ ਵੀ ਮੈਂ ਕੀ ਕਰਨਾ, 5 ਲੱਖ ਮੇਰਾ ਕਿੰਨੀ ਕੁ ਦੇਰ ਚੱਲੇਗਾ। ਪਰ ਨਹੀਂ, ਇਹ ਲਾਲਚ ਹੈ, ਸਾਡਾ ਕੁੱਤਾ ਸੁਭਾਅ ਹੈ। ਉਨਾ ਚਿਰ ਅਸੀਂ ਠੀਕ ਆ ਜਿੰਨਾ ਚਿਰ ਸਾਨੂੰ ਕੋਈ ਲਾਲਚ ਨਹੀਂ ਦਿੰਦਾ। ਜਿਹਦੇ ਕਾਫੀ ਸਾਰੇ ਥੱਬਾ, ਸਾਰੇ ਨੋਟ ਸਾਡੇ ਅੱਗੇ ਸੁੱਟੇ ਨਾ, ਇਹ ਡੋਲ ਜਾਣਾ ਬੰਦਾ। ਇਸ ਲਈ ਫੌਰਨ ਵਾਲੇ ਪੁੱਛਣਗੇ ਬਾਬਾ ਜੀ ਤੁਹਾਡੀ ਖੰਘ ਨਹੀਂ ਹਟੀ? ਮੈਂ ਨਹੀਂ ਯਾਰ, ਮੈਨੂੰ 2 ਕਾਰਨਾਂ ਕਰਕੇ ਖੰਘ ਲੱਗਦੀ ਹੈ। ਇੱਕ ਮੇਰੇ ਮੂੰਹ 'ਚ ਸਲਾਵੀਆ ਜਿਹਨੂੰ ਥੁੱਕ ਕਹਿੰਦੇ ਨੇ, ਉਹ ਜ਼ਿਆਦਾ ਬਣਦਾ। ਕੋਈ ਨਾ ਕੋਈ ਕਿਣਕਾ ਉਹ ਸਾਹ ਨਾਲ ਹੀ ਚਲੇ ਜਾਂਦਾ। ਸਾਹ ਨਾਲ ਕਹਿੰਦੇ ਚੱਲ ਤੇ ਬਾਹਰ ਨਿਕਲ, ਉਹ ਮਾਰਦੀ ਹੈ ਧੱਕੇ ਵੀ ਇੱਥੇ ਤਾਂ ਸਾਹ ਲਈ ਥਾਂ ਹੈ, ਇਹ ਤੇਰੇ ਲਈ ਨਹੀਂ ਹੈਗੀ। ਉਹ ਧੱਕੇ ਮਾਰਦੇ ਉਸ ਕਿਣਕੇ ਨੂੰ, ਇਸ ਲਈ ਖੰਘ ਆਉਂਦੀ। ਇੱਕ ਜੇ ਮੇਰਾ ਸਰੀਰ ਠੰਡਾ ਹੋ ਜਾਏ, ਇਹ ਤਾਂ ਵੀ ਖੰਘ ਲੱਗਦੀ ਹੈ। ਇਸ ਵੇਲੇ ਠੰਡਾ ਤਾਂ ਨਹੀਂ,
ਕੋਈ ਨਹੀਂ, ਆਪੇ ਹਟ ਜਾਏਗਾ। ਮਨ ਕੇ ਵਿਕਾਰ ਮਨੈ ਤਜੈ, ਮਨ ਚੂਕੈ ਮੋਹ ਅਭਿਮਾਨ। ਜਿਹੜਾ ਮਨ ਦੇ ਵਿਕਾਰ ਮਨ ਵਿੱਚੋਂ ਛੱਡ ਦਿੰਦਾ ਹੈ, ਮਨ ਚੂਕੈ ਮੋਹ ਅਭਿਮਾਨ। ਮਨ ਦੇ ਵਿੱਚੋਂ ਮੋਹ ਅਤੇ ਹੰਕਾਰ ਫਿਰ ਖਤਮ ਹੋ ਜਾਂਦੇ। ਚੂਕੈ ਮਨ ਖਤਮ ਹੋ ਜਾਣਾ, ਕਿ ਵਿਕਾਰ ਹੀ ਛੱਡ ਦੇ। ਆਤਮ ਰਾਮ ਪਛਾਣਿਆ, ਫਿਰ ਜਦੋਂ ਵਿਕਾਰ ਛੱਡ ਦਿੱਤੇ, ਬੁਰਾਈਆਂ ਛੱਡਤੀਆਂ, ਮੋਹ ਛੱਡਤਾ, ਹੰਕਾਰ ਛੱਡ ਦਿੱਤਾ ਹੈ, ਆਤਮ ਰਾਮ ਪਛਾਣ। ਆਤਮ ਰਾਮ ਦਾ ਪਰਮਾਤਮਾ। ਫਿਰ ਮਨੁੱਖ ਪਰਮਾਤਮਾ ਦੇ ਦਰਸ਼ਨ ਕਰ ਲੈਂਦਾ, ਉਹਨੂੰ ਪਹਿਚਾਣ ਲੈਂਦਾ। ਸਹਿਜੇ ਨਾਮ ਸਮਾਨ, ਤੇ ਫਿਰ ਸਹਿਜੇ ਹੀ ਨਾਮ ਦੇ ਵਿੱਚ ਲੀਨ ਹੋ ਜਾਂਦਾ। ਸਮਾਨ ਸਮਾ ਜਾਂਦਾ ਹੈ, ਲੀਨ ਹੋ ਜਾਂਦਾ। ਬਿਨ ਸਤਿਗੁਰ ਮੁਕਤ ਨਾ ਪਾਈਐ, ਮਨਮੁਖ ਫਿਰੈ ਦੀਵਾਨ। ਦੀਵਾਨ ਮੈਨੇ ਦੀਵਾਨਾ ਕਮਲਾ। ਬਿਨ ਸਤਿਗੁਰ ਮੁਕਤ ਨਾ ਪਾਈਐ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਜਿਹੜਾ ਮਨਮੁਖ ਹੈ, ਜਿਹੜਾ ਆਪਣੀ ਮਰਜ਼ੀ ਕਰਨ ਵਾਲਾ, ਇੱਕ ਹੁੰਦਾ ਗੁਰਮੁਖ, ਇੱਕ ਹੁੰਦਾ ਮਨਮੁਖ। ਮਨਮੁਖ ਉਹ ਹੁੰਦਾ ਜਿਹੜਾ ਮਨ ਮਰਜ਼ੀ ਕਰੇ। ਗੁਰਮੁਖ ਉਹ ਹੁੰਦਾ ਜਿਹੜੇ ਗੁਰੂ ਦੀ ਮਰਜ਼ੀ 'ਤੇ ਚੱਲੇ। ਜਿਹੜਾ ਗੁਰੂ ਦੇ ਆਖੇ ਲੱਗੇ ਉਹ ਗੁਰਮੁਖ। ਅਸੀਂ ਅੱਧੇ ਕੁ ਮਨਮੁਖ ਹਾਂ, ਅੱਧੇ ਕੁ ਗੁਰਮੁਖ ਹਾਂ। ਅਸੀਂ ਗੁਰੂ ਦੀਆਂ ਸਾਰੀਆਂ ਗੱਲਾਂ ਨਹੀਂ ਮੰਨਦੇ, ਸਾਰੀਆਂ ਗੱਲਾਂ ਮੰਨਦੀਆਂ ਵੀ ਨਹੀਂ ਮੰਨਦੇ। ਇਸ ਲਈ ਅਸੀਂ ਨਾ ਮਨਮੁਖ ਰਹੇ ਹਾਂ ਅਤੇ ਨਾ ਜੇ ਪੂਰੇ ਗੁਰਮੁਖ ਬਣੇ, ਅੱਧ ਵਿਚਾਲੇ ਜੇ ਯਾਤਰਾ। ਜੇ ਤਾਂ ਗੁੱਡ ਕਿਸਮਤ ਹੋਈ ਤਾਂ ਗੁਰਮੁਖ ਵਾਲੇ ਪਾਸੇ ਨੂੰ ਵਧੀ ਜਾਵਾਂਗੇ, ਅਤੇ ਜੇ ਭੈੜੀ ਕਿਸਮ ਹੋਈ ਤਾਂ ਮੁੜ ਕੇ ਮਨਮੁਖ ਵਾਲੇ ਪਾਸੇ ਆ ਜਾਵਾਂਗੇ। ਅਭੀ ਤਾਂ ਨਾਵ ਸਮੁੰਦਰ ਮੈਂ, ਕਿਆ ਜਾਣੇ ਕਿਆ ਹੋਏ। ਅਜੇ ਕੋਈ ਗਰੰਟੀ ਨਹੀਂ ਹੈ ਕਿ ਜਿਹੜਾ ਨਾਮ ਜਪਣ ਲੱਗੇ ਵਾਕਈ ਧੁਰ ਤੱਕ ਜਪਦਾ ਰਹੇਗਾ। ਨੋ। ਅਤੇ ਇਹ ਵੀ ਕੋਈ ਗਰੰਟੀ ਨਹੀਂ ਜਿਹੜਾ ਹੁਣ ਮਨਮੁਖ ਹੈ ਮਰਨ ਤੱਕ ਮਨਮੁਖ ਹੀ ਰਹੇਗਾ। ਨੋ, ਉਹ ਗੁਰਮੁਖ ਹੋ ਸਕਦਾ, ਗੁਰਮੁਖ ਮਨਮੁਖ ਹੋ ਸਕਦਾ, ਮਨਮੁਖ ਗੁਰਮੁਖ ਹੋ ਸਕਦਾ। ਇਹ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਇਹ ਯਾਤਰਾ ਹੈ। ਜਿਹੜਾ ਗੁਰਮੁਖ ਹੁੰਦਾ ਹੈ ਉਹ ਆਪਣੀ ਯਾਤਰਾ ਨੂੰ ਇਸੇ ਜੀਵਨ 'ਚ ਪੂਰੀ ਕਰ ਲੈਂਦਾ। ਅਤੇ ਜੇ ਪੂਰਾ ਗੁਰਮੁਖ ਨਹੀਂ ਬਣਿਆ, ਫਿਰ ਅਗਲਾ ਜਨਮ, ਅਗਲਾ ਜਨਮ, ਅਗਲਾ ਜਨਮ। 5 ਜਨਮ ਹੋ ਗਏ, ਮੈਂ ਅਜੇ ਤੱਕ ਗੁਰਮੁਖ ਨਹੀਂ ਬਣਿਆ। 500 ਸਾਲ ਹੋ ਗਏ ਮੈਨੂੰ ਭਜਨ ਬੰਦਗੀ ਕਰਦਿਆਂ, ਗੁਰੂ ਨਾਨਕ ਦੇਵ ਦੇ ਵੇਲੇ ਦਾ। ਜਦੋਂ ਗੁਰੂ ਨਾਨਕ ਦੇਵ ਜੀ ਰਾਜਾ ਸ਼ਿਵ ਨਾਭ ਨੂੰ ਸੰਗਲਾ ਦੀਪ ਮਿਲਣ ਗਏ, ਮੈਂ ਰਾਜਾ ਸ਼ਿਵ ਨਾਭ ਦਾ ਮੰਤਰੀ ਹੁੰਦਾ ਸੀ। ਅਸੀਂ 3 ਮੰਤਰੀ ਨੇ 1.5 ਮਹੀਨਾ ਗੁਰੂ ਮਹਾਰਾਜ ਦੀ ਸੇਵਾ ਕੀਤੀ ਸੀ, ਜਿੰਨੇ ਜੇ ਗੁਰੂ ਮਹਾਰਾਜ ਉੱਥੇ ਰਹੇ। ਉਦੋਂ ਤੋਂ ਚਲੋ ਲੱਗ ਗਏ ਇਸ ਪਾਸੇ ਨੂੰ ਭਾਈ। ਕਿੰਨੇ ਹੀ ਜੀਵਨ ਬਤੀਤ ਕਰ ਲਏ, 500 ਸਾਲਾਂ, 7 ਕੁ ਤਾਂ ਜੀਵਨ ਹੋਈ ਕਿ ਹੋਣਗੇ ਘੱਟ ਤੋਂ ਘੱਟ। ਅਜੇ ਤੱਕ ਗੁਰਮੁਖ ਨਹੀਂ ਬਣਿਆ, ਇਸ ਲਈ ਅਜੇ ਨਹੀਂ ਰੱਬ ਮਿਲਦਾ। ਗੁਰਮੁਖ ਬਣੂਗਾ ਫਿਰ ਮਿਲੂਗਾ। ਇਹ ਹੁਣ ਮੇਰੀ ਆਪਣੀ ਕਿਸਮਤ ਹੈ ਜਾਂ ਹਿੰਮਤ ਹੈ ਕਿ ਮੈਂ ਇਸ ਜਨਮ ਵਿੱਚ ਗੁਰਮੁਖ ਬਣਦਾ ਕਿ ਨਹੀਂ ਬਣਦਾ। ਤਾਂ ਮੈਂ ਕਿਹਾ ਕਰਦਾ, ਅਸੀਂ ਕੁਝ % ਮਨਮੁਖ ਹਾਂ, ਕੁਝ % ਗੁਰਮੁਖ ਹਾਂ। ਜਿੰਨੇ ਬੈਠੇ ਹਾਂ ਆਪਾਂ ਟੋਟਲ ਮਨਮੁਖ ਨਹੀਂ ਅਤੇ ਟੋਟਲ ਗੁਰਮੁਖ ਵੀ ਨਹੀਂ। ਜਿੱਦੇ ਗੁਰਮੁਖ ਹੋ ਜਾਏ, ਟੋਟਲ ਸਾਡਾ ਜੀਵਨ ਗੁਰਬਾਣੀ ਅਨੁਸਾਰ ਹੋ ਜਾਏਗਾ। ਫਿਰ ਟੋਟਲ ਇਸ ਤਰ੍ਹਾਂ ਹੋ ਜਾਏਗਾ। ਜਿਹੜੇ ਆਪਣੇ ਸੰਤ ਮਹਾਤਮਾ ਕਲਾਉਂਦੇ ਨੇ ਉਹ ਵੀ ਗੁਰਮੁਖ ਨਹੀਂ ਹੈਗੇ। ਮੈਂ ਦੇਖਿਆ ਕਈਆਂ ਨੂੰ। ਹੁਣ ਗੁਰਬਾਣੀ 'ਚ ਲਿਖਿਆ ਹੈ
ਨਿੰਦਿਆ ਭਲੀ ਕਿਸੇ ਕਈ ਨਾਹੀ ਮਨਮੁਖ ਮੁਗਧ ਕਰਨ। ਪਰ ਉਹ ਸਟੇਜਾਂ ਤੇ ਨਿੰਦਿਆ ਕਰਨ ਇੱਕ ਦੂਜੇ ਦੀ, ਇਹਦੇ ਮਨਮੁਖ ਨੇ। ਕੋਈ ਲੋਕ ਕਰਨ ਸੰਤ ਕਹੀ ਜੋ ਮਰਜ਼ੀ ਹੈ ਪੈ ਕਹੀ ਜੋ। ਉਹਨਾਂ ਦਾ ਜੀਵਨ ਗੁਰਬਾਣੀ ਅਨੁਸਾਰ ਹੈ ਹੀ ਨਹੀਂ ਹੈ। ਉਹ ਨਿੰਦਿਆ ਕਰਨਗੇ ਨਹੀਂ ਜਦੋਂ ਜੀਵਨ ਗੁਰਬਾਣੀ ਅਨੁਸਾਰ ਹੋ ਗਿਆ। ਪਰ ਕੈ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਵੀ। ਕੋਈ ਬੁਰਾ ਕਰਦਾ ਕਰੀ ਜੋ, ਉਹ ਨਹੀਂ ਬੁਰਾ ਕਰਨਗੇ। ਕੋਈ ਨਿੰਦਿਆ ਕਰਦਾ ਕਰੀ ਜੋ, ਉਹ ਨਹੀਂ ਨਿੰਦਿਆ ਕਰਨਗੇ ਉਲਟੇ। ਸੰਤ ਨਾ ਛੋੜੈ ਸੰਤ ਹੀ ਜੋ ਕੋਟਿਕ ਮਿਲੇ ਅਸੰਤ। ਕਰੋੜਾਂ ਵੀ ਅਸੰਤ ਕਿਉਂ ਨਾ ਮਿਲ ਜਾਣ, ਸੰਤ ਆਪਣਾ ਸੁਭਾਅ ਨਹੀਂ ਛੱਡਦਾ। ਇਸ ਲਈ ਸੰਤ ਬਣਨਾ ਉਹ ਬੜੀਆਂ ਦੂਰ ਦੀਆਂ ਬਾਤਾਂ ਨੇ। ਕਹਿਣਾ ਕਹਾਉਣਾ ਇਹ ਗੱਲਾਂ ਸੌਖੀਆਂ ਨੇ। ਸ਼ਰਧਾਲੂਆਂ ਨੇ ਕਿਹੜਾ ਉਹਨਾਂ ਨੂੰ ਗੁਰਬਾਣੀ 'ਤੇ ਪਰਖਣਾ ਜੀ। ਜਦੋਂ ਕਿਸੇ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖਿਆ ਜਾਂਦਾ ਫਿਰ ਪਤਾ ਲੱਗਦਾ ਸੰਤ ਹੈ ਕਿ ਨਹੀਂ ਹੈ। ਕੱਪੜਿਆਂ ਨਾਲ, ਢੋਲਕੀਆਂ, ਛੇਣੇ ਵਜਾਉਣ ਨਾਲ, ਕੀਰਤਨ ਕਰਨ ਨਾਲ ਕੋਈ ਸੰਤ ਨਹੀਂ ਬਣ ਜਾਂਦਾ। ਇਹ ਤਾਂ ਠੀਕ ਹੈ, ਰੋਟੀ ਪਾਣੀ ਦਾ ਵਧੀਆ ਪ੍ਰਬੰਧ ਹੈ, ਇਹ 'ਚ ਕੋਈ ਸ਼ੱਕ ਨਹੀਂ। ਰੋਟੀ ਪਾਣੀ ਬਹੁਤ ਵਧੀਆ ਚੱਲਦਾ ਹੈ। ਫਿਰ ਪਰਮਾਤਮਾ ਕਹਿੰਦਾ ਚਾਹੇ ਵਿਖਾਵੇ ਦੇ ਨੇ, ਨਾਮ ਤੇ ਵਡਿਆਈ ਤੇ ਮੇਰੀ ਹੀ ਕਰ ਰਹੇ ਨੇ, ਭਾਵੇਂ ਵਿਖਾਵੇ ਦੀ ਕਰਦੇ, ਮਾਇਆ ਦੀ ਕਰਦੇ ਤਾਂ ਹਨ ਵਡਿਆਈ। ਚਲੋ ਇਹਨਾਂ ਨੂੰ ਕੁਛ ਦਿਓ। ਇਸ ਕਰਕੇ ਇਹ ਬੜਾ ਔਖਾ ਗੁਰਮੁਖ ਹੋਣਾ। ਹੁਣ ਤੁਸੀਂ ਆਪਾਂ ਪੜ੍ਹ ਰਹੇ ਹਾਂ, ਹੁਣ ਨਾਲ ਵੇਖੀ ਜਾਣ ਵੀ ਵਾਕਈ ਇਹ ਇਸ ਲਾਈਨ ਅਨੁਸਾਰ ਮੇਰਾ ਜੀਵਨ ਹੈ। ਜੇ ਨਹੀਂ ਹੈ ਤੇ ਭਾਜੀ ਗੁਰਮੁਖ ਨਹੀਂ ਹਾਂ ਗੱਲ। ਹਾਂ, ਗੁਰਮੁਖ ਬਣ ਰਹੇ ਹਾਂ। ਇੱਕ ਹੁੰਦਾ ਸਾਧਕ, ਇੱਕ ਹੁੰਦਾ ਸਿੱਧ। ਸਿੱਧ ਪੁਰਸ਼ ਉਹ ਹੁੰਦੇ ਨੇ ਜਿਹੜੇ ਪਹੁੰਚ ਚੁੱਕੇ ਨੇ। ਸਾਧਕ ਉਹ ਅਜੇ ਸਾਧਨਾ ਕਰ ਰਹੇ, ਤੁਰੇ ਜਾ ਰਹੇ ਨੇ ਪਹੁੰਚਣ ਲਈ। ਅਜੇ ਅਸੀਂ ਸਾਧਕ ਹਾਂ, ਅਸੀਂ ਸਿੱਧ ਪੁਰਸ਼ ਨਹੀਂ ਹਾਂ। ਅਸੀਂ ਗੁਰਮੁਖ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਰਾਹ 'ਤੇ ਤੁਰ ਰਹੇ ਹਾਂ, ਪਰ ਅਸੀਂ ਗੁਰਮੁਖ ਨਹੀਂ ਹਾਂ। ਗੁਰਮੁਖ ਹੋਣਾ ਬਹੁਤ ਔਖਾ ਹੈ। ਕਿਰਪਾਨ ਪਾਲਣ ਪੰਜ ਕਕਾਰ ਪਾਣਾ ਗੁਰਮੁਖ ਨਹੀਂ ਕੋਈ ਹੋ ਜਾਇਆ ਕਰਦਾ। ਗੁਰਮੁਖ ਤੇ ਹੁੰਦਾ ਗੁਰੂ ਦੇ ਆਖੇ ਲੱਗਣ ਤੋਂ ਬਾਅਦ। ਇਸ ਲਈ ਗੁਰੂ ਮਹਾਰਾਜ ਕਹਿੰਦੇ ਬਿਨ ਸਤਿਗੁਰ ਮੁਕਤ ਨਾ ਪਾਈਐ, ਮਨ ਮੁਖ ਫਿਰੈ ਦੀਵਾਨ। ਮਨਮੁਖ ਨੂੰ ਗਿਆਨ ਹੀ ਨਹੀਂ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਮਨਮੁਖ ਹੈ ਉਹ ਕਮਲਿਆਂ ਦੀ ਤਰ੍ਹਾਂ ਫਿਰਦਾ, ਦੀਵਾਨ ਦੀਵਾਨਾ ਕਮਲਾ। ਜਗ ਕਮਲਾ ਫਿਰੇ ਹੁੰਦੇ ਨਾ, ਇਹ ਮਨੁੱਖ ਜਿਹੜਾ ਕਮਲਿਆਂ ਦੀ ਤਰ੍ਹਾਂ ਫਿਰੇ। ਸ਼ਬਦ ਨਾ ਚੀਨੇ, ਨਾਮ ਨਹੀਂ ਜਪਦਾ, ਨਾਮ ਨਹੀਂ ਜਪਦਾ, ਕਥਨੀ ਬਦਨੀ ਕਰੇ, ਗੱਲਾਂ ਬਾਤਾਂ ਕਰਦਾ, ਗੱਲਾਂ ਧਰਮ ਬਾਰੇ ਕਰਦਾ ਹੈ, ਨਾਮ ਨਹੀਂ ਜਪਦਾ। ਵੇਖਿਆ ਮਾਹੇ ਸਮਾਨ, ਉਹ ਤਾਂ ਫਿਰ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਸਮਾ ਜਾਂਦਾ ਹੈ। ਵੇਖਿਆ ਵਿਸ਼ੇ ਵਿਕਾਰ, ਉਹਦੇ ਵਿੱਚ ਸਮਾਨ ਮੈਨੇ ਸਮਾ ਜਾਂਦਾ ਹੈ। ਸਭ ਕੁਛ ਆਪੇ ਆਪ ਹੈ, ਦੂਜਾ ਅਵਰ ਨਾ ਕੋਈ। ਪਰਮਾਤਮਾ ਹੀ ਸਭ ਕੁਛ ਹੈ, ਉਹਦੇ ਵਰਗਾ ਦੂਜਾ ਤੇ ਹੋਰ ਕੋਈ ਹੈ ਹੀ ਨਹੀਂ ਹੈ। ਜਿਉਂ ਬੁਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ। ਜਦੋਂ ਪਰਮਾਤਮਾ ਆਪ ਬੁਲਵਾਉਂਦਾ ਹੈ ਫਿਰ ਕਹਿੰਦੇ ਅਸੀਂ ਉਸ ਤਰ੍ਹਾਂ ਹੀ ਬੋਲਦੇ ਹਾਂ ਜਿਵੇਂ ਉਹ ਬੁਲਵਾਉਂਦਾ। ਗੁਰਮੁਖ ਤੋਂ ਉਹ ਬੁਲਵਾਉਂਦਾ ਹੈ, ਫਿਰ ਗੁਰਮੁਖ ਉਸ ਤਰ੍ਹਾਂ ਬੋਲਦਾ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਜਿਹੜੀ ਗੁਰਮੁਖ ਦੀ ਬਾਣੀ ਹੈ, ਗੁਰੂ ਦੀ ਬਾਣੀ, ਇਹ ਤੇ ਬ੍ਰਹਮ ਹੈ, ਇਹ ਤੇ ਨਿਰੰਕਾਰ ਹੈ। ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ। ਇਸ ਲਈ ਗੁਰਮੁਖ ਬਾਣੀ, ਗੁਰੂ ਦੀ ਜਿਹੜੀ ਬਾਣੀ ਇਹ ਤੇ ਬ੍ਰਹਮ ਹੈ, ਇਹ ਤੇ ਆਪ ਹੀ ਨਿਰੰਕਾਰ ਹੈ। ਸ਼ਬਦ ਮਿਲਾਵਾ ਹੋਏ, ਨਾਮ ਦੇ ਰਾਹੀਂ ਜਿਹੜਾ ਹੈ ਪਰਮਾਤਮਾ ਨਾਲ ਮੇਲ ਹੁੰਦਾ ਹੈ। ਇਸ ਬਾਣੀ ਰਾਹੀਂ, ਨਾਮ ਰਾਹੀਂ ਪਰਮਾਤਮਾ ਨਾਲ ਮਨੁੱਖ ਦਾ ਮੇਲ ਹੁੰਦਾ ਹੈ। ਨਾਨਕ ਨਾਮ ਸੰਭਾਲ ਤੂੰ,
ਜਿਤ ਸੇਵਿਆ ਸੁਖ ਹੋਏ। ਹੇ ਇਨਸਾਨ, ਤੂੰ ਪਰਮਾਤਮਾ ਦੇ ਨਾਮ ਨੂੰ ਯਾਦ ਕਰ, ਜਿਸ ਦੇ ਯਾਦ ਕਰਨ ਨਾਲ ਤੈਨੂੰ ਸਦੀਵੀ ਸੁਖ ਮਿਲੇਗਾ। ਸੁਖ ਹੋਏ। ਮਨੁੱਖ ਸੁਖ ਚਾਹੁੰਦਾ ਹੈ, ਉਹਨੂੰ ਪਤਾ ਨਹੀਂ ਹੈ ਕਿ ਮਾਨਸਿਕ ਸੁਖ ਕਿਵੇਂ ਮਿਲਦਾ। ਅੱਜ ਮਨੁੱਖ ਸਰੀਰ ਕਰਕੇ ਨਾ ਦੁਖੀ ਨਹੀਂ, ਜਿੰਨਾ ਮਨ ਕਰਕੇ ਦੁਖੀ ਹੈ। ਸਰੀਰਕ ਸੁੱਖ ਦਾ ਆਮ ਲੋਕਾਂ ਨੂੰ ਪਤਾ ਵੀ ਮਾਇਆ ਨਾਲ ਮਿਲਦਾ, ਇਹ 'ਚ ਕੋਈ ਡਾਊਟ ਨਹੀਂ, ਕੋਈ ਸ਼ੱਕ ਨਹੀਂ। ਮਾਇਆ ਕੋਲ ਨਾ ਵੇ ਸਰੀਰ ਚੱਲ ਹੀ ਨਹੀਂ ਸਕਦਾ। ਭੁੱਖੇ ਪਿਆਸੀ ਮਰ ਜਾਏਗੇ, ਪੈਸੇ ਕੋਲ ਕੋਈ ਨਹੀਂ ਹੈ। ਪੈਸੇ ਤੋਂ ਬਿਨਾਂ, ਮਾਇਆ ਤੋਂ ਬਿਨਾਂ ਇਹ ਸਰੀਰ ਨਹੀਂ ਚੱਲ ਸਕਦਾ। ਇਸ ਲਈ ਨਾਮ ਤੋਂ ਬਿਨਾਂ ਮਨ ਸੁਖੀ ਨਹੀਂ ਰਹਿੰਦਾ। ਸਰੀਰ ਨੂੰ ਸੁਖੀ ਰੱਖਣਾ ਮਾਇਆ ਦੀ ਲੋੜ ਹੈ, ਮਨ ਨੂੰ ਸੁਖੀ ਰੱਖਣਾ ਨਾਮ ਦੀ ਲੋੜ ਹੈ। ਅਤੇ ਗੁਰਮੁਖ ਨੂੰ ਦੋਨਾਂ ਦਾ ਗਿਆਨ ਹੈ। ਪਹਿਲਾਂ ਦੇ ਲੋਕਾਂ ਨੂੰ ਗਿਆਨ ਨਹੀਂ ਸੀ, ਉਹ ਮਨ ਦੇ ਸੁੱਖ ਲਈ ਮਾਇਆ ਦਾ ਵੀ ਤਿਆਗ ਕਰ ਜਾਂਦੇ ਸੀ। ਉਹ ਮਾਇਆ ਦਾ ਵੀ ਤਿਆਗ ਕਰਦੇ। ਗੁਰੂ ਮਹਾਰਾਜ ਕਹਿੰਦੇ ਨਹੀਂ, ਤੁਸੀਂ ਮਾਇਆ ਦਾ ਤਿਆਗ ਕਰਤਾ ਹੈ, ਰੋਟੀ ਕਿੱਥੋਂ ਖਾਓਗੇ? ਫਿਰ ਲੋਕਾਂ ਦੇ ਘਰ ਠੂਠਾ ਚੱਕ ਕੇ ਫਿਰੀ ਜਾਓਗੇ। ਕੱਪੜਾ ਚਾਹੀਦਾ, ਕਿੱਥੇ ਲਓਗੇ? ਬਿਨਾਂ ਪੈਸੇ ਕੌਣ ਦੇ? ਕਿਸੇ ਤੋਂ ਲਓਗੇ ਨਾ, ਫਿਰ ਮੰਗਤੇ ਹੋਗੇ ਨਾ ਤੁਸੀਂ। ਮੈਂ ਰੋਟੀ ਕਿਸੇ ਤੋਂ ਮੰਗ ਕੇ ਖਾਣਾ, ਕੱਪੜਾ ਕਿਤੋਂ ਮੰਗ ਕੇ ਲੈਣਾ। ਮੈਨੂੰ ਕੌਣ ਧਾਰਮਿਕ ਕਹੇਗਾ? ਮੈਂ ਤਾਂ ਮੰਗਤਾ ਹੋਇਆ। ਹਾਂ, ਧਾਰਮਿਕ ਕੱਪੜੇ ਵਾਕੇ ਮੰਗਤਾ ਜੀ, ਮੰਗ ਹੀ ਰਿਹਾ, ਮੰਗ ਰਿਹਾ। ਇਸ ਲਈ ਪੁਰਾਣੇ ਸਾਧੂ ਵੀ ਧਾਰਮਿਕ ਲੋਕ ਵੀ ਮੰਗਤੇ ਸਨ। ਕਿਉਂ? ਮਾਇਆ ਦਾ ਤਿਆਗ ਕਰ ਜਾਂਦੇ ਸਨ। ਗੁਰੂ ਨਾਨਕ ਆਏ, ਫਿਰ ਸਾਡੇ ਭਗਤ ਆਏ, ਸਭ ਤੋਂ ਕਬੀਰ ਸਾਹਿਬ ਆਏ। ਉਹਨਾਂ ਕਿਹਾ ਨਹੀਂ, ਦੋਨੋਂ ਚੀਜ਼ਾਂ ਚਾਹੀਦੀਆਂ, ਮਾਇਆ ਵੀ ਚਾਹੀਦੀ ਹੈ, ਨਹੀਂ ਤਾਂ ਸਰੀਰ ਕਿਵੇਂ ਚੱਲੇਗਾ। ਇਸ ਲਈ ਉਹਨਾਂ ਕਿਰਤ ਕੀਤੀ। ਉਹਨਾਂ ਨੇ ਇਹ ਵੀ ਚਾਹੀਦਾ ਸੀ, ਪਰਮਾਤਮਾ ਵੀ ਚਾਹੀਦਾ, ਨਾਮ ਵੀ ਚਾਹੀਦਾ, ਇਸ ਲਈ ਨਾਮ ਵੀ ਜਪਿਆ ਉਹਨਾਂ ਨੇ। ਦੋਨੋਂ ਕੰਮ ਕੀਤੇ। ਗੁਰੂ ਨਾਨਕ ਨੇ ਦੋਨਾਂ ਗੱਲਾਂ 'ਤੇ ਜ਼ੋਰ ਦਿੱਤਾ ਸੀ। ਕਿਰਤ ਕਰੋ, ਮਾਇਆ ਕਮਾਓ, ਨਾਮ ਜਪੋ। ਕਿਰਤ ਦੇ ਨਾਲ, ਮਾਇਆ ਦੇ ਨਾਲ ਤੁਸੀਂ ਸਰੀਰਕ ਤੌਰ 'ਤੇ ਸੁਖੀ ਹੋ ਜਾਓਗੇ। ਨਾਮ ਜਪ ਕੇ ਤੁਸੀਂ ਮਨ ਕਰਕੇ ਸੁਖੀ ਹੋ ਜਾਏ। ਅਸਲ ਸੁਖੀ ਕੌਣ ਹੈ? ਜਿਹੜਾ ਮਨ ਅਤੇ ਤਨ ਕਰਕੇ ਸੁਖੀ ਹੈ। ਬੜੇ ਜ਼ਬਰਦਸਤ ਫਿਲਾਸਫੀ ਹੈ। ਪਹਿਲਾ ਫਿਲਾਸਫੀ ਗਲਤ ਸਨ, ਭਟਕੀ ਗਏ ਲੋਕ। ਰਾਜੇ ਮਹਾਰਾਜੇ ਮਾਇਆ ਦਾ ਤਿਆਗ ਕਰਕੇ ਜੰਗਲਾਂ ਨੂੰ ਭੱਜ ਗਏ। ਮਾਇਆ ਦਾ ਤਿਆਗ ਕਰੇ ਜੰਗਲਾਂ ਨੂੰ ਭੱਜ ਗਏ। ਵੀ ਦੱਸੋ ਜੰਗਲਾਂ 'ਚ ਫਿਰ ਕਿੱਥੇ ਖਾਓ ਪੀਓ ਕਿੱਥੋਂ? ਜਾਂ ਫਿਰ ਨੰਗੇ ਰਹੋ ਅਤੇ ਜਾਂ ਫਿਰ ਦਰਖਤ ਦੇ ਪੱਤੇ ਪੁੱਤੇ ਖਾ ਕੇ ਗੁਜ਼ਾਰਾ ਕਿਵੇਂ ਕਰੋਗੇ ਤੁਸੀਂ? ਮਾਇਆ ਨਹੀਂ ਤਿਆਗਣੀ, ਮਾਇਆ ਦਾ ਮੋਹ ਤਿਆਗਣਾ। ਇਹ ਗਿਆਨ ਨੇ, ਇਸ ਲਈ ਲੋਕਾਂ ਨੇ ਮਾਇਆ ਹੀ ਤਿਆਗਤੀ। ਮਾਇਆ ਤਿਆਗਦੀ ਨਹੀਂ, ਮਾਇਆ ਨਹੀਂ ਤਿਆਗਣੀ, ਮਾਇਆ ਦਾ ਮੋਹ ਤਿਆਗਣਾ। ਜਿੱਥੇ ਮਾਇਆ ਨਾਲ ਮੋੜ ਨਹੀਂ, ਉੱਥੇ ਚੋਰੀ ਹੋ ਹੀ ਨਹੀਂ ਸਕਦੀ। ਕਿਵੇਂ ਚੋਰੀ ਕਰੋਗੇ? ਤੁਹਾਡਾ ਮੋਹ ਹੀ ਨਹੀਂ ਹੈ, ਕਿਤੇ ਚੋਰੀ ਕਰੋਗੇ? ਨਾ ਕੋਈ ਚੋਰੀ ਕਰੋਗੇ, ਨਾ ਡਾਕਾ ਮਾਰੋਗੇ, ਨਾ ਮਿਲਾਵਟ ਕਰੋਗੇ, ਨਾ ਧੋਖਾਧੜੀ ਕਰੋਗੇ, ਨਾ ਕੋਈ ਰਿਸ਼ਵਤ ਲਓਗੇ, ਨਾ ਕਿਤੇ ਮਕਾਨ ਦੱਬੋਗੇ, ਨਾ ਕਿਤੇ ਪਲਾਟ ਦੱਬੋਗੇ, ਨਾ ਪੈਸੇ ਲੈ ਕੇ ਮੁਕਰੋਗੇ, ਕਿਉਂ? ਤੁਹਾਡਾ ਮਾਇਆ ਨਾਲ ਮੋਹ ਹੀ ਨਹੀਂ। ਇਹ ਸਾਰੀਆਂ ਬੁਰਾਈਆਂ ਮਾਇਆ ਦੇ ਮੋਹ ਵਿੱਚੋਂ ਨਿਕਲਦੀਆਂ ਹਨ। ਮਾਇਆ ਇਕੱਠੀ ਕਰਨ ਲਈ ਮਨੁੱਖ ਦੇਖੋ ਕਿੰਨੇ। ਮਾਇਆ ਦੀ ਖਾਤਰ ਦੇਸ਼ ਵੇਚਿਆ ਜਾ ਸਕਦਾ ਹੈ। ਮਾਇਆ ਦੀ ਖਾਤਰ ਲੋਕਾਂ ਨੇ ਦੇਸ਼ ਹੀ ਵੇਚ, ਕਰੋੜਾਂ ਕਿਸਾਨ ਵੇਚਦੇ। ਚਲੋ ਜੀ, ਮਾਇਆ ਦੀ ਖਾਤਰ ਹੀ ਵੇਚੇ। ਹਲਕਾ ਚੱਕ ਜਿੰਨੇ ਮਰਜ਼ੀ ਪੈਸੇ, ਖਰਚ ਪੈਸੇ, ਜਿੱਤ ਇਲੈਕਸ਼ਨਾਂ, ਖਰੀਦ ਲੈ ਵੋਟਾਂ, ਖਰੀਦ ਲੈ MP, ਖਰੀਦ ਲੈ MLA, ਪਰਵਾਹ ਨਾ ਕਰੀ, ਮਾਇਆ ਵੱਧ, ਕਰੋੜਾਂ ਕਿਸਾਨ ਵੇਚਦੇ। ਮਾਇਆ ਦੀ ਖਾਤਰ ਵੇਚਦੇ। ਇਸ ਲਈ ਇਹ ਜਿਹੜਾ ਮਾਇਆ ਹੈ, ਮਾਇਆ ਦਾ ਮੋਹ ਬਹੁਤ ਭਾਰੀ ਜ਼ੁਲਮ ਕਰਾਉਂਦਾ ਮਨੁੱਖ ਤੋਂ। ਮਾਇਆ ਚਾਹੀਦੀ ਹੈ, ਮਾਇਆ ਦਾ ਮੋਹ ਨਹੀਂ ਚਾਹੀਦਾ। ਗੁਰਬਾਣੀ ਕਹਿੰਦੇ ਮੋਹ ਨਹੀਂ ਚਾਹੀਦਾ ਮਾਇਆ ਦਾ, ਮਾਇਆ ਚਾਹੀਦੀ ਹੈ। ਦਸਾਂ ਨੂੰ ਦੀ ਕਿਰਤ ਕਰਕੇ ਮਾਇਆ ਕਮਾਓ, ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰੋ।
ਨਾਲ ਨਾਮ ਜਪੋ। ਸੋ ਗੁਰੂ ਮਹਾਰਾਜ ਕਹਿੰਦੇ ਸਮਾਲ ਮਤਲਬ ਕਿ ਸਿਮਰਨ ਕਰਨਾ। ਕਿਹੜਾ? ਨਾਨਕ ਨਾਮ ਸਮਾਲ ਤੂੰ। ਹਾਂ, ਨਾਮ ਜਪਣਾ, ਸਿਮਰਨ ਕਰਨਾ। ਨਾਨਕ ਨਾਮ ਸੰਭਾਲ ਤੂੰ, ਜਿਤ ਸੇਵਿਆ ਸੁਖ। ਤੂੰ ਨਾਮ ਦੀ ਸੰਭਾਲ ਕਰ, ਨਾਮ ਯਾਦ ਕਰ, ਨਾਮ ਦੀ ਸੇਵਾ ਭਾ ਸਿਮਰਨ, ਜਿਹਦੇ ਸਿਮਰਨ ਨਾਲ ਤੈਨੂੰ ਸੁਖ ਮਿਲੇਗਾ। ਸ਼੍ਰੀ ਰਾਗ ਮਹਿਲਾ ਤੀਜਾ। ਜਗ ਹਉਮੈ ਮੈਲ ਦੁਖ ਪਾਇਆ, ਮਲ ਲਾਗੀ ਦੂਜੈ ਭਾਏ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ 100 ਤੀਰਥ ਨਹਾਏ। ਇਹਨੂੰ ਨਹਾਏ ਪੜ੍ਹਨਾ, ਨੰਨੇ ਦੇ ਪੈਰ 'ਚ ਹਾਹਾ ਲਾ ਕੇ ਇਸ਼ਨਾਨ। ਬਹੁ ਵਿਧ ਕਰਮ ਕਮਾਮ ਦੇ, ਦੂਣੀ ਮਲ ਲਾਗੀ ਆਏ। ਪੜ੍ਹੈ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜੈ। ਜਗ ਹਉਮੈ ਮੈਲ ਦੁਖ ਪਾਇਆ। ਸੰਸਾਰ ਵਿੱਚ ਹਉਮੈ ਦੀ ਮੈਲ ਹੈ। ਜਗ ਗਗਨ ਸਿਆਰੇ, ਸੰਸਾਰ ਵਿੱਚ ਜਗ ਹਉਮੈ ਮੈਲ। ਜਗ ਇਹ ਹਉਮੈ ਦੀ ਮੈਲ ਹੈ, ਦੁੱਖ ਪਾਇਆ। ਇਸ ਲਈ ਸੰਸਾਰ ਦੁੱਖ ਪਾਉਂਦਾ ਹੈ। ਕਿਉਂ ਦੁੱਖ ਪਾਉਂਦਾ ਹੈ? ਮੈਂ ਮਨ ਮੈਲਾ, ਪੁੱਠੇ ਕੰਮ ਕਰਦਾ, ਇਸ ਲਈ ਦੁੱਖ ਪਾਉਂਦਾ। ਮਨ ਲਾਗੀ ਮਲ ਲਾਗੀ ਦੂਜੇ ਪਾਏ। ਮਾਇਆ ਨਾਲ ਮੋਹ ਹੋਣ ਕਰਕੇ ਮਲ ਹੋਰ ਲੱਗ ਜਾਂਦੀ ਹੈ। ਦੂਜੇ ਪਾਏ, ਮਾਇਆ ਨਾਲ ਪਿਆਰ ਹੈ, ਮਾਇਆ ਨਾਲ ਮੋਹ ਹੋਣ ਕਾਰਨ ਫਿਰ ਕਹਿੰਦੇ ਮਨ ਨੂੰ ਮੈਲ ਲੱਗ ਜਾਂਦੀ ਹੈ। ਮਾਇਆ ਆਪਣੇ ਅੰਦਰ ਹਉਮੈ ਵੀ ਪੈਦਾ ਕਰਦੀ ਹੈ। ਕਿਸੇ ਕੋਲ ਬਹੁਤ ਮਾਇਆ ਹੋਵੇ, ਉਹ ਹਉਮੈ ਕਰਦਾ। ਸਗੋਂ ਸ਼ੁਕਰਾਨਾ ਕਰਨਾ ਚਾਹੀਦਾ ਪ੍ਰਭਾਤ, ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ, ਤੂੰ ਮੈਨੂੰ ਅਮੀਰ ਬਣਾਇਆ ਹੈ। ਇੰਨੀ ਦੁਨੀਆ ਗਰੀਬ ਹੈ, ਰੋਟੀ ਪਾਣੀ ਨੂੰ ਘਰ ਪਾਣ ਤਰਸ ਰਹੀ ਹੈ। ਤੂੰ ਮੈਨੂੰ ਮਾਇਆ ਦਿੱਤੀ ਹੈ, ਘਰ ਦਿੱਤਾ ਹੈ, ਬਾਲ ਬੱਚੇ ਦਿੱਤੇ ਨੇ, ਵਧੀਆ ਖਾਣ ਪੀਣ ਨੂੰ ਤੈਨੇ। ਉਹਦਾ ਸ਼ੁਕਰਾਨਾ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਬੰਦਾ ਉਦੋਂ ਕਰਦੇ ਜਦੋਂ ਕਹਿੰਦਾ ਮੈਂ ਕਮਾਈ ਹੈ ਮਾਇਆ। ਆਮ ਕਹਾਵਤ ਹੈ, ਬੰਦਾ ਜੋੜੇ ਪਲੀ ਪਲੀ, ਰਾਮ ਰੁੜਾਵੇ ਕੁੱਪਾ। ਕੁੱਪਾ ਉਹ ਕੁੱਜਾ ਜਿਸ ਤੇਲ ਪਾਉਂਦੇ। ਬੰਦਾ ਪਲੀ ਇਹਨਾਂ ਪਹਿਲਾਂ ਜਿਹੜੇ ਸਰੋਂ ਦਾ ਤੇਲ ਆਪਾਂ ਨੂੰ ਦਿੰਦੇ ਸਨ, ਦੁਕਾਨਦਾਰ ਪੀਪੇ 'ਚ ਕੱਢ ਕੇ, ਉਹ ਪਲੀ ਹੁੰਦੀ ਸੀ। ਹਾਂਜੀ, ਜਿਵੇਂ ਇਹ ਕੜਛੀ ਹੋਵੇ ਤੇ ਹੇਠ ਹੁੰਦੀ ਐ ਮੁੜੀ ਹੋਈ ਹੋਵੇ। ਬੰਦਾ ਥੋੜ੍ਹਾ ਥੋੜ੍ਹਾ ਕਰਕੇ ਜੋੜਦਾ, ਕੁੱਪਾ ਭਰ ਲਿਆ ਤੇਲ, ਥੋੜ੍ਹਾ ਥੋੜ੍ਹਾ ਜਿਹਾ ਕਰਕੇ ਐਸਾ ਵੱਜਿਆ ਠੁੱਡਾ, ਸਾਰਾ ਕੁੱਪੇ ਦਾ ਕੁੱਪੇ ਡੁੱਲ ਗਿਆ। ਬੰਦਾ ਜੋੜੇ ਪਲੀ ਪਲੀ, ਰਾਮ ਰੁੜਾਵੇ ਕੁੱਪਾ। ਇਸ ਲਈ ਕੋਈ ਪਤਾ ਨਹੀਂ ਜਿਹੜੇ ਕੋਲ ਨੇ ਕਿਸ ਵੇਲੇ ਖਤਮ ਹੋ ਜਾਣ। ਇਸ ਲਈ ਗੁਰੂ ਮਹਾਰਾਜ ਕਹਿੰਦੇ ਇਹ ਜੱਗ ਦੇ ਵਿੱਚ ਹਉਮੈ ਦੀ ਮੈਲ ਹੈ, ਇਸ ਲਈ ਮਨੁੱਖ ਦੁੱਖ ਪਾਉਂਦਾ ਹੈ। ਮਲ ਜਿਹੜੀ ਹੈ ਇਹ ਦੂਜੇ ਪਾਏ ਮਾਇਆ ਨਾਲ ਮੋਹ ਹੋਣ ਕਰਕੇ ਮਲ ਲੱਗ ਜਾਂਦੀ ਹੈ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ 100 ਤੀਰਥ ਨਹਾਏ। ਹਉਮੈ 'ਚ ਆ ਕੇ ਜਿਹੜੀ ਮੈਲ ਹੈ ਨਾ, ਇਹ ਕਦੇ ਵੀ ਨਹੀਂ ਧੋਤੀ ਜਾ ਸਕਦੀ, ਚਾਹੇ 100 ਤੀਰਥਾਂ 'ਤੇ ਇਸ਼ਨਾਨ ਕਰ ਲਓ, 100 ਤੀਰਥ ਨਹਾਏ। ਕਿਉਂ? ਜੇ ਤੁਸੀਂ 100 ਤੀਰਥਾਂ 'ਤੇ ਇਸ਼ਨਾਨ ਕਰੋਗੇ, ਤੁਹਾਡੇ ਅੰਦਰ ਹਉਮੈ ਪੈਦਾ ਹੋ ਜਾਏਗੀ। ਮੰਨ ਲਓ 100 ਤੀਰਥਾਂ 'ਤੇ ਇਸ਼ਨਾਨ ਕਰਨਾ ਮੇਰੇ ਨਾਲ ਗੱਲ ਕਰਦਾ, ਬਾਬਾ ਤੁਸੀਂ ਕਿੰਨੇ ਤੀਰਥਾਂ 'ਤੇ ਇਸ਼ਨਾਨ ਕੀਤਾ? ਮੈਂ ਤਾਂ ਕਹਾਂਗਾ ਭਾਈ ਮੈਂ ਇੱਕ ਵਾਰੀ ਤੀਰਥ 'ਤੇ ਇਸ਼ਨਾਨ ਕੀਤਾ ਸੀ, ਮੈਨੂੰ ਜ਼ੁਕਾਮ ਲੱਗ ਗਿਆ। ਮੈਂ ਫਿਰ ਲੋਕ ਤਾਂ ਆਪਣਾ ਜ਼ੁਕਾਮ ਹਟਾਉਣ ਜਾਂਦੇ ਨੇ ਸਰੋਵਰ 'ਤੇ, ਨਾ ਕਿ ਮੈਨੂੰ ਲੱਗ ਗਿਆ। ਇੱਕ ਵਾਰੀ ਫਿਰ ਮੈਂ ਕੁਝ ਸਮੇਂ ਬਾਅਦ ਤਜਰਬਾ ਕੀਤਾ, ਫਿਰ ਇਸ਼ਨਾਨ ਕੀਤਾ, ਫਿਰ ਜ਼ੁਕਾਮ ਲੱਗ ਗਿਆ। ਮੈਂ ਆਪਾਂ ਉਂਝੀ ਠੀਕ ਹਾਂ। ਮੈਂ ਅੰਮ੍ਰਿਤਸਰ ਜਾਂਦਾ, ਕਦੇ ਵੀ ਨਹੀਂ ਮੈਂ ਇਸ਼ਨਾਨ ਕਰਦਾ। ਮੈਂ ਕਿਸੇ ਸਰੋਵਰ 'ਤੇ ਫਿਰ ਕਰਦਾ ਹੀ ਨਹੀਂ, ਮੁੱਦਤਾਂ ਹੋ ਕੇ ਮੈਂ ਤਾਂ ਸਰੋਵਰ 'ਤੇ ਇਸ਼ਨਾਨ ਕੀਤੇ। ਮੈਂ ਇਹ ਨਹੀਂ ਕਹਿੰਦਾ ਤੁਸੀਂ ਇਸ਼ਨਾਨ ਨਾ ਕਰੋ, ਇਹ ਨਹੀਂ ਮੇਰਾ ਮਤਲਬ। ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਸਵਾਦੀ ਕਹਾਵਤ, ਮੈਨੂੰ ਨਹੀਂ ਫਿੱਟ, ਮੈਂ ਨਹੀਂ ਨਾ ਹੁੰਦਾ। ਸੋ ਇਸ ਲਈ
ਕਈ ਵਾਰੀ ਬਹੁਤ ਤੀਰਥਾਂ 'ਤੇ ਇਸ਼ਨਾਨ ਕਰਨਾ ਬੰਦੇ 'ਚ ਹਉਮੈ ਪੈਦਾ ਹੋ ਜਾਂਦੀ। ਮੰਨ ਲਓ ਮੈਂ ਕਹਿੰਦਾ ਮੈਂ ਤਾਂ ਭਰਾਵਾ ਮਸਾਂ ਇੱਕ ਵਾਰੀ ਹੇਮਕੁੰਟ ਸਾਹਿਬ ਗਿਆ ਸੀ। ਅੱਛਾ, ਸਿਰਫ ਇੱਕੋ ਵਾਰੀ? ਮੈਂ ਤਾਂ ਬਾਬਾ ਜੀ ਹਰ ਸਾਲ ਜਾਂਦਾ। ਹੈ ਨਾ ਅੰਦਰ ਹਉਮੈ ਵੀ ਅੱਛਾ ਬਾਬੇ ਇੱਕੋ ਵਾਰੀ ਕਹਿ ਰਹੇ, ਮੈਂ ਤਾਂ ਇੰਨੇ ਵਾਰੀ ਜਾਇਆ। ਇਹ ਬੜਾ ਸਿਆਪਾ ਹੈ। ਕਈ ਵਾਰੀ ਸ਼ੁਭ ਕਰਮ ਕਰਦਿਆਂ ਹੋਇਆਂ ਵੀ ਹੰਕਾਰ ਆਉਂਦਾ। ਸ਼ੁਭ ਹੈ ਤੇ ਸ਼ੁਭ ਕਰਮ। ਹੇਮਕੁੰਟ ਸਾਹਿਬ ਜਾ ਰਿਹਾ, ਕੋਈ ਸੌਖਾ ਕੰਮ ਨਹੀਂ ਹੈ। ਚਲੋ ਪਟਨਾ ਸਾਹਿਬ ਜਾਣਾ, ਹੋਰ ਥਾਂ 'ਤੇ ਆਪਾਂ ਗੱਡੀ ਫੜੀ, ਹਵਾਈ ਜਹਾਜ਼ ਫੜਿਆ, ਚਲੇ ਗਏ। ਉੱਥੇ ਤਾਂ ਚੜ੍ਹਾਈ ਚੜ੍ਹਨੀ ਹੈ, ਉੱਥੇ ਤਾਂ ਤੁਰਨਾ ਪੈਣਾ। ਠੰਡ ਵੀ ਉੱਥੇ ਬਹੁਤ ਹੈ। ਕਈ ਵਾਰੀ ਹਉਮੈ 'ਚ ਆ ਕੇ ਜਿਹੜੇ ਤੀਰਥ ਇਸ਼ਨਾਨ ਕੀਤੇ ਨੇ ਇਹ ਮਲ ਨਹੀਂ ਲੈਂਦੇ। ਚਾਹੇ 100 ਵਾਰੀ ਤੀਰਥ ਇਸ਼ਨਾਨ ਕਰ ਲਓ। ਬਹੁ ਵਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ। ਹਉਮੈ ਵਿੱਚ ਆ ਕੇ ਬੜੇ ਮਨੁੱਖ ਧਾਰਮਿਕ ਕੰਮ ਕਰਦੇ ਨੇ, ਪਰ ਪਹਿਲਾਂ ਨਾ ਦੂਣੀ ਮੈਲ ਲੱਗ ਜਾਂਦੀ ਮਨ। ਇਹ ਇੱਕ ਪਾਉ ਲੱਥੀ ਨਾਤਿਆਂ, ਦੋਏ ਭਾਏ ਚੜੀਏ ਸਹਰ। ਭਾਏ ਹੁੰਦਾ ਹਿੱਸਾ, ਭਾਉ ਇੱਕ ਹਿੱਸਾ, ਭਾਏ ਬਹੁਵਚਨ ਦੋ ਹਿੱਸੇ। ਤੀਰਥ 'ਤੇ ਗਏ ਅਤੇ ਇਸ਼ਨਾਨ ਕੀਤਾ, ਮਨ ਦਾ ਇੱਕ ਹਿੱਸਾ ਮੈਲ ਲੈ ਗਈ। ਉੱਥੇ ਜਾ ਕੇ ਪੁੱਠਾ ਕੰਮ ਕਰਤਾ, ਉਹ 2 ਹਿੱਸੇ ਹੋਰ ਚੜ੍ਹ ਗਈ। ਕੀ ਖੱਟਿਆ? ਘਰ ਹੀ ਚੰਗਾ ਸੀ, ਘਰ ਹੀ ਚੰਗਾ ਸੀ। ਚਾਹੇ ਨਾ ਇੱਕ 2 ਲੈ ਚੜ੍ਹਦੀਆਂ ਅਤੇ ਨਾ ਇੱਕ ਲੈਂਦੀ, ਘਰ ਹੀ ਠੀਕ ਸੀ। ਹਉਮੈ ਤਾਂ ਨਾ ਆਉਂਦੀ। ਉਹ ਇਹ ਤਾਂ ਨਹੀਂ ਕਹਿੰਦਾ ਵੀ ਹਾਂ ਭਾਈ ਮੈਂ ਤਾਂ ਇੰਨੇ ਵਾਰ ਜਾ ਆਇਆ ਜੀ ਉੱਥੇ ਤੀਰਥਾਂ ਦੇ। ਪੜ੍ਹੇ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜੇ। ਪੜ੍ਹੇ ਮੈਨੇ ਪੜ੍ਹੇ ਹਾਂ, ਜਿਹਨੂੰ ਕਹਿੰਦੇ ਆਪਾਂ ਪੜ੍ਹੇ ਹਾਂ। ਕਿਤਾਬਾਂ ਪੜ੍ਹਨ ਨਾਲ, ਧਾਰਮਿਕ ਕਿਤਾਬਾਂ ਪੜ੍ਹਨ ਨਾਲ ਮਨ ਦੀ ਮੈਲ ਨਹੀਂ ਉਤਰਦੀ। ਕਿਤੇ ਤੁਸੀਂ ਸਮਝੋ ਉਤਰ ਜਾਏਗੀ। ਕਿਉਂਕਿ ਜਦੋਂ ਕਿਤਾਬਾਂ ਪੜ੍ਹੇਗਾ, ਮੈਂ ਜੀ ਬਾਬਾ ਜੀ 100 ਸਹਿਜ ਪਾਠ ਕਰ ਲਿਆ, ਮੈਂ ਸ਼ਾਬਾਸ਼। ਜੇ ਤਾਂ ਮੈਂ ਪੁੱਛਦਾ ਵੀ ਭੈਣ ਜੀ ਤੁਸੀਂ ਹੁਣ ਤੱਕ ਕਿੰਨੇ ਕੁ ਪਾਠ ਕਰ ਲਏ, ਫਿਰ ਤਾਂ ਇੱਕ ਹੋਰ ਗੱਲ ਹੈ। ਆਪੇ ਬਾਬਾ ਜੀ ਮੈਂ ਨਾ 100 ਸਹਿਜ ਪਾਠ ਕਰ ਲਏ। ਮੈਂ 99 ਤਾਂ ਤੇਰੇ ਗਏ, ਇੱਕੋ ਤੇਰੇ ਕੋਲ ਰਹਿ ਗਏ। ਜਿਹੜਾ ਅਸਲੀ ਸੀ ਉਹ ਰਹਿ ਗਿਆ, 99 ਤੇ ਗਏ। ਮੈਂ ਕਰ ਲਏ। ਵੀ ਤੂੰ ਕੌਣ ਹੈ ਪਾਠ ਕਰਨ ਵਾਲੇ? ਇਹ ਤਾਂ ਉਹ ਕਰਵਾਉਂਦਾ, ਨਹੀਂ ਤਾਂ ਸਾਰੇ ਹੀ ਨਾ 100 200 ਕਰ ਲੈਣ। ਇਹ ਤਾਂ ਉਹ ਕਰਵਾਉਂਦਾ। ਮੈਂ 100 ਕਰ ਲਏ, ਮੈਂ ਚੰਗੀ ਗੱਲ ਹੈ। ਮੈਂ ਕਿਹੜਾ ਮਾੜੀ ਗੱਲ ਤਾਂ ਨਹੀਂ, ਚੰਗੀ ਗੱਲ ਹੈ। ਪਰ ਮੈਂ ਦੇਖਿਆ ਮਗਰ ਹਉਮੈ ਬੋਲ ਰਹੀ ਹੈ। ਆਹ ਸਿਆਪਾ ਹੈ। ਕੀਤਾ ਤੇ ਅਧਿਆਤਮ ਕਰਮ ਹੈ, ਕੀਤੇ ਦੇ ਪਾਠ ਨੇ, ਪਰ ਅੰਦਰ ਹਉਮੈ ਪੈਦਾ ਹੋ ਗਈ। ਖਟਿਆ ਕੀ? ਅੰਦਰੋਂ ਹਉਮੈ ਤੇ ਖਤਮ ਕਰਨੀ ਹੈ। ਜਿਹੜੀ ਭਜਨ ਬੰਦਗੀ ਨੇ ਸਾਡੇ ਅੰਦਰ ਹਉਮੈ ਹੀ ਨਹੀਂ ਖਤਮ ਕੀਤੀ, ਉਹ ਕਾਹਦੀ ਭਜਨ ਬੰਦਗੀ ਹੈ? ਵੇ ਹਉਮੈ ਤੇ ਖਤਮ ਕਰਨੀ ਹੈ, ਸਗੋਂ ਹਉਮੈ ਹੋਰ ਪੈਦਾ ਕਰ ਲੈ। ਕੀ ਖਟਿਆ ਫਿਰ? ਵੇ ਇਸ ਲਈ ਬੜਾ ਔਖਾ ਹੈ। ਇਹ ਹਉਮੈ ਬੜੀ ਸੂਖਸ਼ਮ ਹੁੰਦੀ ਹੈ। ਇਹ ਬੰਦੇ ਨੂੰ ਆਪਣੇ ਆਪ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਆਪਣੇ ਆਪ ਨੂੰ ਨਹੀਂ ਪਤਾ ਲੱਗਦਾ। ਹੁਣ ਤਾਂ ਖੁਸ਼ੀ ਦੱਸਿਆ। ਹੁਣ ਤੁਸੀਂ ਮੇਰੇ ਤੋਂ ਪੁੱਛੋ ਬਾਬਾ ਜੀ ਤੁਸੀਂ ਕਿੰਨੇ ਵਜੇ ਉੱਠਦੇ ਹੋ? ਫਿਰ ਮੈਂ ਦੱਸਾਂ ਤੇ ਕੋਲ ਮੈਂ ਤਾਂ ਜੀ ਇੰਨੇ ਵਜੇ ਉੱਠਦਾ ਜੀ। ਹਾਂ ਜੀ ਬਸ ਮੈਂ ਤਾਂ 12:01 ਤੇ ਉੱਠ ਖੜਦਾ ਜੀ। ਫਿਰ ਭਜਨ ਬੰਦਗੀ ਕਰਦਾ ਰਹਿਣਾ ਜੀ। ਫਿਰ 4 ਵਜੇ ਮੈਨੂੰ ਨੀਂਦ ਆਉਂਦੀ ਹੈ ਜੀ। ਮੈਂ ਫਿਰ ਸੌਂ ਜਾਂਦਾ ਜੀ। ਫਿਰ ਬੀਬੀਆਂ ਸੇਵਾ ਕਰਨ ਆਉਂਦੀਆਂ ਨੇ, ਉਹ ਦਰਵਾਜ਼ਾ ਖੜਕਾਉਂਦੀਆਂ, ਫਿਰ ਮੈਨੂੰ ਜਾਗ ਆਉਂਦੀ ਹੈ ਜੀ। ਹਾਂ ਦੱਸ ਵੀ ਤੈਨੂੰ ਕਿਸੇ ਪੁੱਛਿਆ ਜੈਮਲ ਸਿੰਘ ਤੂੰ ਕਿੰਨੇ ਵਜੇ ਉੱਠਦੇ? ਵੀ ਤੈਨੂੰ ਕਿਸੇ ਪੁੱਛਿਆ ਕਿੰਨੇ ਵਜੇ ਉੱਠਦੇ? ਹਉਮੈ ਪੈਦਾ ਹੁੰਦੀ ਹੈ। ਉੱਠ ਵੀ ਰਿਹਾ, ਨਾਮ ਵੀ ਜਪ ਰਿਹਾ, ਪਰ ਅੰਦਰ ਹਉਮੈ ਮੈਂ 12:01 ਤੇ ਉੱਠਦਾ ਹਾਂ। ਕਿਤੇ ਮੇਰਾ ਹੀ ਨਾ ਸਮਝ ਲਿਓ, ਮੈਂ ਤਾਂ 4:30 ਵਜੇ ਮੇਰਾ ਅਲਾਰਮ ਵੱਜਦਾ।
ਕਿਤੇ ਕਹੋ ਪਦਮੀ ਆਪਣੇ ਬਾਰੇ ਦੱਸੀ ਜਾਂਦੇ। ਕਿਉਂਕਿ ਸਿੱਖ ਨੂੰ ਹੁਕਮ ਹੈ ਜਦ ਤੈਨੂੰ ਜਾਗ ਆ ਜੇ ਤਾਂ ਚਾਹੇ ਤੂੰ ਲੇਟਿਆ ਕਿਵੇਂ ਤੂੰ ਆਪਣਾ ਸਿਮਰਨ ਕਰੀ ਜਾ, ਗੱਲ ਖਤਮ ਹੈ। ਟਾਈਮ ਦੇ ਵਿੱਚ ਕੀ ਹੈ? ਟਾਈਮ ਨਾਲ ਕੋਈ ਲੈਣਾ ਦੇਣਾ ਨਹੀਂ। ਸਾਸ ਸਾਸ ਸਿਮਰੋ ਗੋਬਿੰਦ, ਇਹ 'ਚ ਅੰਮ੍ਰਿਤ ਵੇਲੇ ਦਾ ਕਿਆ ਮਤਲਬ ਹੈ ਬਈ? ਫਿਰ ਸਾਸ ਸਾਸ ਨਾ ਕਹਿੰਦੇ ਹੋ, ਲਿਖਿਆ ਨਾ ਸਾਸ ਸਾਸ ਸਿਮਰੋ ਗੋਬਿੰਦ। ਫਿਰ ਆਪਾਂ ਕਿਵੇਂ ਕਹਿ ਹਾਂ ਜੀ 4 ਵਜੇ ਉੱਠ ਕੇ ਸਿਮਰਨ ਕਰੋ ਜੀ? ਸਾਸ ਸਾਸ ਜਿੰਨਾ ਚਿਰ ਸਵਾਸ ਆ ਰਹੇ ਨੇ, ਰਾਤ ਹੈ, ਦਿਨ ਹੈ, ਦੁਪਹਿਰ ਹੈ, ਸ਼ਾਮ, ਸਿਮਰਨ ਕਰੀ ਜਾਓ। ਸਮੇਂ ਸਮੇਂ ਚੱਕਰ ਨਾ ਪਾਓ। ਕੱਲ੍ਹ ਪਰਸੋਂ ਹੀ ਕਥਾ ਆਈ ਸੀ ਨਾ, ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ, ਫਿਰ ਨਹੀਂ ਭਗਤੀ ਹੁੰਦੀ। ਜਿਸ ਵੇਲੇ ਉੱਠ ਪਏ ਉਸੇ ਵੇਲੇ ਹੀ ਸਹੀ। ਕਈ ਮੇਰੇ ਕੋਲ ਜੀ 4 ਵਜੇ ਉੱਠ ਨਹੀਂ ਹੁੰਦਾ। ਮੈਂ ਬੀਬੀ ਸੱਚੋ ਸੌਂਦੇ ਕਿੰਨੇ ਵਜੇ? ਕਹਿੰਦੀ 11 ਵਜੇ। ਮੈਂ ਤੁਸੀਂ ਨਹੀਂ 4 ਵਜੇ ਉੱਠ ਸਕਦੇ। 6 ਘੰਟੇ ਦੀ ਨੀਂਦ ਸੰਸਾਰੀ ਬੰਦੇ ਲਈ ਜ਼ਰੂਰੀ ਹੁੰਦੀ ਹੈ। ਮੈਂ ਬੀਬਾ ਇਹ ਨਹੀਂ ਚਿੰਤਾ 'ਚ ਪੈਣਾ, ਤੁਸੀਂ ਇਸ ਫਿਕਰ 'ਚ ਪਏ ਰਹੋਗੇ। ਜਿਸ ਵੇਲੇ ਜਾਗ ਹੁੰਦੀ ਹੈ, ਜਿਸ ਵੇਲੇ ਵੀ ਸਮਾਂ ਲੱਗਦਾ ਉਸੇ ਵੇਲੇ ਭਜਨਬੰਦੀ ਲੱਗਦਾ। ਮਨ 'ਚ ਨਾ ਲਿਓ ਤੁਸੀਂ ਜੀ ਹਾਂਜੀ ਵੀ ਮੇਰੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠ ਹੁੰਦਾ ਜੀ। ਮੈਂ ਫੋਰਨ ਕੰਟਰੀ ਪਤਾ ਨਹੀਂ ਕਿਹੜਾ ਵੇਲੇ ਅੰਮ੍ਰਿਤ ਵੇਲਾ ਹੁੰਦਾ। ਇਹ ਤਾਂ ਸਾਡੇ ਦੇਸ਼ 'ਚ ਉਹਦੇ ਕੀ ਹੈ? ਇੱਕ ਫੈਕਟਰੀ 'ਚ ਲੱਗਿਆ ਵਿਚਾਰਾ, ਉਹ ਕਿਵੇਂ ਅੰਮ੍ਰਿਤ ਵੇਲੇ? ਉਹਦੇ ਰਾਤ ਦੀ ਡਿਊਟੀ ਹੈ ਉੱਥੇ, ਉਹ ਕਰੇਗਾ। ਉਹ ਕਿਸ ਵੇਲੇ ਕਰੇਗਾ? ਉੱਥੇ ਕਹੇ ਜੀ ਮੇਰੀ ਤਾਂ ਡਿਊਟੀ ਲੰਘ ਗਈ ਰਾਤ ਨੂੰ। ਜਿਸ ਵੇਲੇ ਵੀ ਸਮਾਂ ਮਿਲੇ ਉਸੇ ਵੇਲੇ ਹੀ ਕਰ ਲਓ ਬਸ। 2 ਮਿੰਟ ਮਿਲਿਆ ਜ਼ਿੰਦਗੀ, 10 ਮਿੰਟ ਮਿਲਿਆ, 20 ਮਿੰਟ ਮਿਲਿਆ, ਘੰਟਾ 2 ਘੰਟੇ, ਜਿੰਨਾ ਸਮਾਂ ਤੁਸੀਂ ਮਿਲੇ। ਸਿਮਰਨ ਇੱਕ ਐਸੀ ਚੀਜ਼ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਤੁਸੀਂ ਕਰ ਸਕਦੇ ਹੋ। ਮੂੰਹ ਜ਼ਬਾਨੀ ਬਾਣੀ ਹੈ, ਉਹ ਕਿਸੇ ਤੁਸੀਂ ਸੈਰ ਕਰਦੇ, ਹਾਲਾਂਕਿ ਜੁੱਤੀ ਪਾਈ ਹੁੰਦੀ ਤੁਹਾਡੇ, ਸੈਰ ਕਰਦੇ ਹੋਏ ਵੀ ਤੁਸੀਂ ਜੇ ਤੁਹਾਨੂੰ ਮੂੰਹ ਜ਼ਬਾਨੀ ਨਿਤਨੇਮ ਯਾਦ ਹੈ, ਸੈਰ ਕਰਦੇ ਤੁਸੀਂ ਨਿਤਨੇਮ ਕਰ ਸਕਦੇ ਹੋ, ਕਿਉਂਕਿ ਮੂੰਹ ਜ਼ਬਾਨੀ ਹੈ। ਹਾਂ, ਅਗਰ ਮੇਰੇ ਹੱਥ 'ਚ ਗੁਟਕਾ ਹੈ ਤਾਂ ਫਿਰ ਮੈਨੂੰ ਮਰਿਆਦਾ ਕਾਇਮ ਰੱਖਣੀ ਪਏਗੀ। ਮੂੰਹ ਹੱਥ ਵਿੱਚ ਘੱਟ ਤੋਂ ਘੱਟ ਧੋਣਾ ਪਵੇਗਾ। ਚਲੋ ਸਰੀਰ ਆਗਿਆ ਨਹੀਂ ਮੰਨ ਲਓ, ਇਸ਼ਨਾਨ ਦੇ ਵੀ 5 ਇਸ਼ਨਾਨਾਂ ਕਰ ਲਓ ਪਏ। ਉਹ ਤਾਂ ਇੱਕ ਗੁਟਕਾ ਹੱਥ 'ਚ ਹੈ ਨਾ, ਉਹਦੀ ਇੱਕ ਮਰਿਆਦਾ ਹੈ। ਹੁਣ ਸਿਮਰਨ ਕਰਨਾ ਹੈ, ਤੁਸੀਂ ਲੇਟੇ ਹੋਏ ਤਾਂ ਰਾਤ ਜਾਗ ਆ ਗਈ। ਫਜ਼ੂਲ ਦਾ ਸੋਚੀ ਜਾਣ ਨਾਲੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਜਦ ਨੀਂਦ ਆ ਗਈ ਫਿਰ ਸੌਂ ਜਾਓ, ਜੋ ਫਿਰ ਜਾ ਕੇ ਫਿਰ ਲੱਗ ਜਾਓ, ਇਹ ਲੱਗ ਜਾਓ। ਇਹ ਚੱਕਰ 'ਚ ਨਾ ਪਾਓ। ਜਦੋਂ ਵੀ ਮੌਕਾ ਮਿਲੇ ਉਸੇ ਦਾ ਹੀ ਲਾਭ ਉਠਾਓ ਬਸ। ਹਾਂ, ਕੋਈ ਗੱਲ ਨਹੀਂ। ਬੜੇ ਰੁਝੇਵੇਂ ਨੇ, ਮੰਨ ਲਓ ਕਿਸੇ ਦੇ ਬਹੁਤ ਘੱਟ ਸਮਾਂ, ਕੋਈ ਗੱਲ ਨਹੀਂ। ਜਿੰਨਾ ਵੀ ਸਮਾਂ ਹੈ ਬਸ ਉਹ ਉਹਨਾਂ ਸਮਾਂ ਜਿਹੜੇ ਰੱਬ ਦੇ ਆਪਾਂ ਨੇ ਲਿਖੇ ਲਾਉਣਾ ਹੈ। ਕਿਉਂਕਿ ਜਦੋਂ ਆਪਾਂ ਉਹਦੇ ਸ਼ੁਕਰਾਨੇ ਵਜੋਂ ਕਰਾਂਗੇ ਨਾ ਭਜਨ ਬੰਦਗੀ, ਫਿਰ ਉਸੇ ਨੂੰ ਹੀ ਅਰਪਣ ਕਰ ਦਿਆਂਗੇ। ਜੇ ਤੁਸੀਂ ਮੰਗ ਲਓਗੇ ਉਹਦੇ ਬਦਲੇ, ਫਿਰ ਤਾਂ ਤੁਹਾਨੂੰ ਸੰਸਾਰਿਕ ਵਸਤੂਆਂ ਮਿਲਣਗੀਆਂ। ਤੁਸੀਂ ਉਹਦੇ ਬਦਲੇ ਮੰਗ ਲਿਆ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਤਮਿਕ ਤਰੱਕੀ ਹੋਵੇ, ਫਿਰ ਕੁਛ ਨਹੀਂ ਮੰਗਣਾ, ਤਾਂ ਉਹ ਜਮ੍ਹਾਂ ਹੋਊ ਉੱਥੇ, ਤਾਂ ਉਹ ਜਮ੍ਹਾਂ ਹੈਗਾ। ਮੈਨੂੰ 100 ਰੁਪਇਆ ਮਿਲਿਆ ਮਜ਼ਦੂਰੀ ਮੰਨ ਲਓ, ਮੈਂ 100 ਰੁਪਏ ਦੇ ਸੌਦਾ ਖਰੀਦ ਲਿਆ, ਫਿਰ ਮੇਰਾ ਬੈਂਕ ਬੈਲੈਂਸ ਤਾਂ ਨਾ ਹੋਇਆ। ਅਗਰ ਮੈਂ 10 ਰੁਪਈਏ ਵੀ ਉਸ 'ਚ ਜਮ੍ਹਾਂ ਕਰਾ ਦਿੰਦਾ, ਹੌਲੀ ਹੌਲੀ 10 ਕਰ ਦਿਆ, ਮਹੀਨੇ 'ਚ 300 ਹੋ ਜਾਏਗਾ। ਜਦੋਂ ਤੁਸੀਂ ਬਾਣੀ ਪਾਠ ਕਰਦੇ ਹੋ, ਸਿਮਰਨ ਕਰਦੇ ਹੋ, ਉਹਦੇ ਬਦਲੇ ਸੰਸਾਰ ਮੰਗਦੇ ਹੋ, ਤੁਹਾਨੂੰ ਸੰਸਾਰ ਮਿਲ ਜਾਏਗਾ, ਰੱਬ ਨਹੀਂ ਮਿਲੇਗਾ। ਰੱਬ ਨਹੀਂ ਮਿਲੇਗਾ। ਕੁਝ ਸਮਾਂ ਜ਼ਰੂਰ ਪਰਮਾਤਮਾ ਦੇ ਅਰਪਣ ਕਰਨਾ ਕਿ ਸੱਚੇ ਪਾਤਸ਼ਾਹ ਆ ਮੈਂ ਨਿਤਨੇਮ ਕੀਤਾ, ਆਪਣੇ ਦਰ ਪ੍ਰਵਾਨ ਕਰੋ। ਆ ਮੈਂ ਸਿਮਰਨ ਕੀਤਾ ਜਾਂ ਤੁਸੀਂ ਕਰਵਾਇਆ, ਕਿਰਪਾ ਕਰਕੇ ਆਪਣੇ ਦਰ ਪ੍ਰਵਾਨ ਕਰੋ। ਜੇ ਤੁਸੀਂ ਆਪਣੇ ਕਿਸੇ ਕੰਮ ਲਈ ਵਿਸ਼ੇਸ਼ ਬਾਣੀ ਤੁਹਾਨੂੰ ਦੇਤੀ, ਭਾਈ 1 ਰੋਜ਼ ਸੁਖਮਨੀ ਸਦਾ ਪਾਠ ਕਰੋ ਇਸ ਕੰਮ ਲਈ, ਉਹ ਕੋ ਸੱਚੇ ਪਾਤਸ਼ਾਹ ਆਹ ਕਾਰਜ ਮੇਰਾ ਰਾਸ ਕਰੋ, ਮੈਂ ਸੁਖਮਨੀ ਸਦਾ ਪਾਠ ਕੀਤਾ, ਉਹਦੇ ਬਦਲੇ ਮੰਗ ਲਓ। ਜਦੋਂ ਉਹਦੇ ਬਦਲੇ ਤੁਸੀਂ ਮੰਗ ਲਿਆ, ਉਹ ਤਾਂ ਖਰਚ ਹੋ ਗਿਆ, ਉਹ ਤਾਂ ਨਾਮ ਤਾਂ ਨਹੀਂ ਰਿਹਾ। ਨਾਮ ਤਾਂ ਉਹੀ ਜੰਮਦਾ ਜਿਸ ਪਾਠ ਸਿਮਰਨ ਦੇ ਬਦਲੇ ਤੁਸੀਂ ਕੁਛ ਨਹੀਂ ਮੰਗਦੇ, ਉਹ ਆਪਣੇ ਆਪ ਹੀ ਤੁਹਾਡੇ ਨਾਮ ਦੇ ਸਾਹਮਣੇ ਜਮ੍ਹਾਂ ਹੁੰਦਾ ਰਹਿੰਦਾ ਹੈ। ਉਹ ਨਾਮ ਤਾਂ ਹੈ, ਫਿਰ ਉਹ 'ਚ ਤਾਕਤ ਹੁੰਦੀ ਹੈ। ਫਿਰ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਭਗ ਜਾਏ। ਉਹ ਨਾਮ ਧਨ ਲੈ ਕੇ ਬੰਦਾ ਆ ਰਿਹਾ, ਜਮਦੂਤ ਹੀ ਭੱਜ ਜਾਂਦੇ ਨੇ ਉੱਥੋਂ, ਖੜ੍ਹਦੇ ਹੀ ਨਹੀਂ ਹੈਗੇ।
ਹੁਣ ਤੁਹਾਨੂੰ ਫੜਨਾ ਤੇ ਕੀ, ਉਹਨਾਂ 'ਤੇ ਖੜਨਾ ਹੀ ਨਹੀਂ। ਇਸ ਲਈ ਕੁਝ ਜ਼ਰੂਰ ਹਰ ਪਾਠ ਕਰਨ ਤੋਂ ਬਾਅਦ ਨਹੀਂ ਮੰਗੀ ਤਾਂ ਸੰਸਾਰ, ਨਹੀਂ ਤਾਂ ਅਸੀਂ ਤਾਂ ਖਾਲੀ ਜਾਵਾਂਗੇ। ਕਹਿੰਦੇ ਰਹੇ ਨਾ ਜੀ ਮੈਂ ਤਾਂ ਸਾਰੀ ਉਮਰ ਕਰਦਾ ਰਿਹਾ ਜੀ। ਉਹ ਕਹਿਣਗੇ ਇੱਥੇ ਤਾਂ ਕੋਈ ਨਹੀਂ ਲਿਖਿਆ, ਤੂੰ ਰੋਜ਼ ਇੱਕ ਸੁਖਮਨੀ ਸਾਹਿਬ ਦਾ ਪਾਠ, ਇੱਥੇ ਤਾਂ ਕੋਈ ਨਹੀਂ ਭਾਈ ਲਿਖਿਆ ਤੂੰ ਪਾਠ ਕੀਤਾ, ਤੂੰ ਇਹਦਾ ਮਤਲਬ ਉਹਦੇ ਬਦਲੇ ਕੋਈ ਮੰਗਦਾ ਰਿਹਾ ਹੋਏਗਾ, ਉਹ ਤਾਂ ਖਰਚ ਹੋ ਗਿਆ। ਇਹ ਤਾਂ ਕੁਛ ਨਹੀਂ ਹੈ, ਖਾਲੀ ਹੈ ਤੂੰ, ਤਿਆਰ ਹੋ ਜਾ ਡੰਡੇ ਖਾਣ ਨੂੰ, ਤਿਆਰ ਹੋ ਜਾ ਡੰਡੇ ਖਾਣ ਨੂੰ। ਇਹ ਤਾਂ ਅਸੀਂ ਇੱਕ ਢੰਗ ਬਣਾ ਲਿਆ ਵੀ ਉਸ ਤਰ੍ਹਾਂ ਨਹੀਂ ਮਿਲਦਾ ਤੇ ਪਾਠ ਨਾਲ ਲੈ ਲਓ। ਹੈ ਤੇ ਅਸੀਂ ਸੰਸਾਰੀ, ਇਹ ਦੇਖਣ ਨੂੰ ਧਾਰਮਿਕ ਆ, ਮੰਗ ਕੀ ਰਹੇ ਹਾਂ ਸੰਸਾਰ, ਫਿਰ ਸੰਸਾਰੀ ਹੋਏ ਨਾ। ਸਾਧਨ ਧਰਮ ਬਣਾ ਲਿਆ ਹੈ। ਇਹ ਬੰਦਾ ਬੜਾ ਚਲਾਕ ਹੈ, ਇਹ ਆਪ ਵੀ ਧੋਖੇ 'ਚ ਆ ਜਾਂਦਾ ਹੈ ਵੀ ਮੈਂ ਪਤਾ ਨਹੀਂ ਭਜਨ ਬੰਦਗੀ ਕਰਦਾ। ਨਹੀਂ, ਤੁਸੀਂ ਜਿਹੜਾ ਹੈ ਇਹ ਮੰਗਤਾ ਆਪਣਾ ਨਾਲ ਧਰਮ ਐਡ ਕਰ ਲਿਆ ਵੀ ਹਾਂ ਧਰਮ ਦੇ ਰਾਹੀਂ ਮੰਗ ਲਓ। ਨਾਮ ਦੀ ਦਾਤ ਤਾਂ ਮੰਗ ਸਕਦੇ ਹਾਂ ਜੀ। ਨਾਮ ਤਾਂ ਮੰਗ, ਨਾਮ ਤਾਂ ਜਪਣੇ ਹੈ, ਇਹ ਤਾਂ ਮੰਗਣਾ ਹੀ ਹੈ। ਨਾਮ ਮੰਗੋ ਤਾਂ ਵੀ ਤੁਹਾਡਾ ਜਮ੍ਹਾਂ ਹੋ ਜਾਏਗਾ। ਹਾਂ ਬਿਲਕੁਲ, ਨਾ ਮੰਗੋ। ਹਾਂ ਜੇ ਤੁਸੀਂ ਮੰਗ ਲਿਆ ਪਰਿਵਾਰ ਠੀਕ ਹੈ, ਗੱਲ ਖਤਮ ਹੋ ਗਈ, ਤੁਹਾਡੇ ਪਰਿਵਾਰ ਸੁਖ ਸ਼ਾਂਤੀ ਹੋ ਜੇ, ਹੋ ਗਿਆ। ਬਿਲਕੁਲ ਗਿਆ, ਤੁਸੀਂ ਸੁਖ ਸ਼ਾਂਤੀ ਮੰਗ ਲਈ ਹੈ, ਗਿਆ। ਉਹੀ ਤਾਂ ਮੈਂ ਦੱਸਿਆ, ਬੰਦਾ ਵਪਾਰੀ ਹੈ, ਇਹਨੇ ਧਰਮ ਨੂੰ ਲੈਂਦਾ ਵੀ ਐਂ ਲੱਗੇ ਬੱਲੇ 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 ਬੜਾ ਪਾਠ ਕਰਦਾ, ਬੜਾ ਕਰਦਾ। ਮੰਗ ਕੀ ਰਿਹਾ ਸਵਾਲ, ਤੇ ਉਹਦੇ ਬਦਲੇ ਮੰਗਦਾ ਕੀ ਹੈ? ਸੰਸਾਰਿਕ ਚੀਜ਼ਾਂ ਮੰਗਦਾ। ਇਹਦਾ ਮਤਲਬ ਬੰਦਾ ਸੰਸਾਰੀ ਹੈ, ਬਸ ਹੋਰ ਕੀ ਹੈ। ਮੈਂ ਪਾਠ ਕਰਕੇ ਪੈਸੇ ਮੰਗਦਾ, ਕਿ ਕਥਾ ਕਰਕੇ ਪੈਸੇ ਲੈਣਾ, ਕੀਰਤਨ ਕਰੇ ਪੈਸੇ ਲੈਣਾ, ਦੀਵਾਨ ਲਾ ਕੇ ਪੈਸੇ ਲੈਣਾ, ਫਿਰ ਮੈਂ ਸੰਸਾਰੀ ਹਾਂ। ਧਰਮ ਨੂੰ ਤਾਂ ਸਾਧਨ ਬਣਾ ਲਿਆ ਹੈ, ਧਰਮ ਨੂੰ ਤਾਂ ਇੱਕ ਧੰਦਾ ਬਣਾ ਲਿਆ ਗਿਆ ਹੈ। ਧਰਮ ਧੰਦਾ ਨਹੀਂ ਹੈ, ਧਰਮ ਤਾਂ ਜੀਵਨ ਜਾਚ ਹੈ। ਪਰ ਹਰ ਇੱਕ ਨੇ ਧਰਮ ਨੂੰ ਧੰਦਾ ਬਣਾ ਲਿਆ। ਮੈਂ ਇੱਕ ਹੱਸਦਾ ਵੀ ਹੁੰਦਾ ਕਈ ਵਾਰੀ, ਮੈਂ ਕਿਸੇ ਮਹਾਂਪੁਰਖਾਂ ਨੂੰ ਬੁਲਾ ਲਾਂ ਵੀ ਇਹ ਅੱਜ ਐਤਵਾਰ ਨੂੰ ਦੀਵਾਨ ਲਾਉਣਾ ਜੀ ਸਤਸੰਗ ਪਾਉਣ, ਆ ਜਾਵਾਂਗੇ ਬਾਬਾ ਜੀ। ਜਾਂਦੇ ਮੈਂ ਧੇਲਾ ਨਾ ਦੇਵਾਂ ਉਹਨਾਂ ਨੂੰ। ਫਿਰ ਮੈਂ ਮਹੀਨੇ ਬਾਅਦ ਗਿਆ, ਬਾਬਾ ਜੀ ਦੀਵਾਨ ਨਾ ਜੀ ਸਾਡੇ ਵੇਲ ਨਹੀਂ ਹੈ, ਅਸੀਂ ਕਿਤੇ ਜਾਣਾ ਹੈ। ਅਗਲੇ ਮਹੀਨੇ ਨਾ, ਉਹ ਬਾਬਾ ਜੀ ਪਹਿਲਾਂ ਦੱਸਣਾ ਸੀ, ਸਾਡੇ ਤਾਂ ਬੁਕਿੰਗ ਹੈ, ਨਹੀਂ ਉਹਦੇ ਵਿੱਚ ਮਿਲੀ ਕੁਛ ਨਹੀਂ। ਇਹ ਧਰਮ ਧੰਦਾ ਹੈ। ਧਾਰਮਿਕ ਹੋਣਾ ਬਹੁਤ ਦੂਰ ਦੀਆਂ ਬਾਤਾਂ ਨੇ। ਇੱਕ ਨੇ 15,000, ਕਈ ਸਾਲਾਂ ਦੀ ਗੱਲ, ਉਹਨੇ 15,000 ਰੁਪਏ ਕੀਰਤਨੀ, ਕਹਿੰਦਾ ਮੈਂ ਤਾਂ ਇੱਕ ਘੰਟੇ ਦਾ 15,000 ਲਾਂਗਾ। ਕੁਦਰਤੀ ਕੋਈ ਲੰਗਰ ਤਿਆਰ ਹੋਣ 'ਚ ਕਾਸੇ 'ਚ ਲੇਟ ਹੋ ਗਏ। ਉਹ ਕਹਿੰਦੇ ਜੀ ਇੱਕ ਸ਼ਬਦ ਹੋਰ ਗਾ ਲਓ। ਕਹਿੰਦਾ 5,000 ਰੁਪਏ ਲਿਓ ਜੀ, ਤਾਂ ਗਾਊਂਗਾ, ਤਾਂ ਇੱਕ ਸ਼ਬਦ ਗਾਊਂਗਾ, ਮੇਰਾ ਟਾਈਮ ਹੋ ਗਿਆ। ਬਸ ਆਪਣਾ ਆਨੰਦ ਪਿਆ ਮੇਰੀ ਮਾਈਕ, ਕਿਹੜਾ ਕਿ ਤੁਹਾਡਾ ਲੰਗਰ ਤਿਆਰ ਆਵੇ ਨਾ ਆਵੇ, ਬਾਅਦ 'ਚ ਭੋਗ ਲਵਾ ਲਿਓ। ਹਾਂ, ਇਸ ਲਈ ਇਹ ਬੜਾ ਔਖਾ ਹੈ। ਮੈਨੂੰ ਇੱਕ ਵਾਰੀ ਮੈਨੂੰ ਕਹਿੰਦਾ ਵੀ ਜੀ ਮੈਨੂੰ ਜੀ ਇੱਕ ਸ਼ਬਦ ਦੀ ਸੇਵਾ ਦੇ ਦਿਓ। ਹੁਣ ਸੇਵਾ ਮੰਗੀ ਹੈ ਨਾ, ਮੈਂ ਕਿਹਾ ਚੱਲ ਦੇ ਤਮਾਸ਼ਾ। ਮੈਂ ਕੋਈ ਨਹੀਂ ਜੀ, ਆ ਜਾਓ ਤੁਸੀਂ, ਤੁਹਾਨੂੰ ਇੱਕ ਸ਼ਬਦ ਦੀ ਸੇਵਾ ਦੇ ਦਾਂਗੇ। ਉਹ ਸ਼ਬਦ ਗਾਇਆ, ਮੈਂ ਕੋਈ ਧੇਲਾ ਨਹੀਂ ਦਿੱਤਾ, ਕੋਈ ਨਹੀਂ। ਫਿਰ ਨਹੀਂ ਮੁੜ ਕੇ ਮੈਨੂੰ ਕਿਹਾ, ਕਈ ਵਾਰੀ ਮਿਲਦਾ ਹੁੰਦਾ ਵੀ ਇੱਕ ਸ਼ਬਦ ਦੀ ਸੇਵਾ ਦਿਓ ਜੀ, ਮੁੜ ਕੇ ਨਹੀਂ ਕਿਹਾ। ਸੇਵਾ, ਇਹ ਸੇਵਾ ਪੈਸੇ ਲੈ ਕੇ ਕੀਰਤਨ ਕਰਨ, ਕਹਿੰਦੇ ਇੱਕ ਸ਼ਬਦ ਦੀ ਸੇਵਾ ਦਿਓ ਜੀ। ਸਭ ਧਰਮ ਧੰਦਾ ਹੈ ਬਸ। ਇਸ ਲਈ ਸਾਰੀ ਦੁਨੀਆ ਸੰਸਾਰੀ ਹੈ, ਸਭ ਸੰਸਾਰੀ ਨੇ। ਦੇਖਣ ਨੂੰ ਸਾਡੇ ਵਰਗੇ ਧਾਰਮਿਕ ਲੱਗਦੇ ਨੇ। ਇਹ ਸਭ ਮਾਇਆ ਦੇ ਪਿੱਛੇ ਦੁਨੀਆ ਪਈ ਹੋਈ ਹੈ। ਫੋਰਨ ਕੰਟਰੀਆਂ ਮਾਇਆ ਲਈ ਜਾਂਦੇ ਨੇ। ਕੀ ਇੱਥੇ ਸਾਰੀ ਦੁਨੀਆ ਸੁਧਰ ਗਈ ਹੈ ਵੀ ਉੱਥੇ ਤੁਸੀਂ ਸੁਧਾਰਨ ਚੱਲੇ ਹੋ ਲੋਕਾਂ ਨੂੰ? ਨਹੀਂ, ਉੱਥੇ ਡਾਲਰ ਮਿਲਦੇ ਨੇ, ਪੌਂਡ ਮਿਲਦੇ ਨੇ, ਇੱਥੇ ਰੁਪਈਏ ਮਿਲਦੇ ਨਹੀਂ। ਡੇਰਾ ਵੱਡਾ ਨਹੀਂ ਬਣਨਾ, ਡੇਰਾ ਵੱਡਾ ਬਣਾਉਣਾ। ਫਲਾਣੇ ਸਾਥ ਤੋਂ ਮੇਰਾ ਡੇਰਾ ਵੱਡਾ ਹੋਣਾ ਚਾਹੀਦਾ। ਉਹ ਤਾਂ ਹੀ ਹੋਊਗਾ ਜੇ ਫੌਰਨ ਜਾਏਗਾ, ਉਂਝ ਨਹੀਂ ਬਣਦਾ, ਉਂਝ ਨਹੀਂ ਬਣਦਾ ਵੱਡਾ। ਫੌਰਨ ਗੇੜੇ ਲਾਣੇ ਪੈਣਗੇ ਅਤੇ ਫਿਰ ਤਾਂ 2 ਸਾਲਾਂ 'ਚ ਵੱਡਾ ਹੀ ਵੱਡਾ। ਗੁਰੂ ਬਾਰੇ ਭਲੀ ਕਰਨ। ਸੋ ਇਸ ਲਈ ਧਾਰਮਿਕ ਹੋਣਾ ਬਹੁਤ ਮੁਸ਼ਕਿਲ ਹੈ।
ਇਹ ਨਹੀਂ ਵੀ ਬਾਣੀ ਪੜ੍ਹਨ ਵਾਲਾ ਜੀ, ਕੀਰਤਨ ਕਰਨ ਵਾਲਾ ਜੀ, ਕਥਾ ਕਰਨ ਵਾਲਾ ਜੀ, ਹਾਂਜੀ ਦੀਵਾਨ ਲਾਉਣ ਵਾਲਾ ਪਤਾ ਨਹੀਂ ਇਹ ਧਾਰਮਿਕ ਹੈ। ਨੋ, ਅਗਰ ਉਹ ਮਾਇਆ ਦੀ ਖਾਤਰ ਕਰ ਰਿਹਾ ਫਿਰ ਸੰਸਾਰੀ ਹੈ ਬਸ। ਹੁਣ ਕਈ ਕਿੰਨਾ ਜੀ ਅਸੀਂ ਤਾਂ ਕਦੇ ਮੰਗੇ ਨਹੀਂ ਜੀ, ਅਤੇ ਫਿਰ ਕਹਿ ਜਿੰਨਾ ਦੀਵਾਨ ਦਾ ਚੜ੍ਹਾਵਾ ਹੈ ਉੱਥੇ ਡੇਰੇ ਦੇ ਕੇ ਆਇਆ ਜੀ। ਗਲਤੀ ਉੱਥੇ ਹੀ ਹੋ ਗਈ, ਗਲਤੀ ਉੱਥੇ ਹੀ ਹੋ ਗਈ, ਉੱਥੇ ਹੀ ਹੁੰਦੀ ਹੈ। ਮੋੜ ਕੋੜ ਕੇ ਖੋਤੀ ਬੋੜ ਥੱਲੇ, ਮੋੜ ਕੋੜ ਕੇ ਇੱਥੇ ਮਾਇਆ 'ਤੇ ਹੀ ਆਉਣਾ। ਇਹ ਮਾਇਆ ਇੰਨੀ ਪ੍ਰਬਲ ਹੋ ਗਈ ਹੈ। ਸੋ ਗੁਰੂ ਮਹਾਰਾਜ ਕਹਿੰਦੇ ਪੜ੍ਹਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਬ੍ਰਹਮ ਗਿਆਨੀ ਨੂੰ ਜਾ ਕੇ ਪੁੱਛ ਲਓ, ਕਿਤਾਬਾਂ ਪੜ੍ਹਨ ਨਾਲ ਮਨ ਦੀ ਮੈਲ ਨਹੀਂ ਉਤਰਦੀ। ਮਨ ਦੀ ਮੈਲ ਉਤਰਦੀ ਹੈ ਜੋ ਪੜ੍ਹਿਆ ਉਹਦੇ ਅਨੁਸਾਰ ਜੀਵਨ ਜਿਉਣ ਨਾਲ ਉਤਰਦੀ ਹੈ, ਪੜ੍ਹਨ ਨਾਲ ਨਹੀਂ ਉਤਰਦੀ। ਪੜ੍ਹਨਾ ਤਾਂ ਸੌਖਾ ਕੰਮ ਹੈ, ਪੜ੍ਹਨਾ ਕੀ ਔਖਾ ਹੈ। ਬਾਣੀ ਪੜ੍ਹ 5.5 ਮਹੀਨੇ ਮੈਂ ਸਿਖਾ ਦਾਂਗਾ, ਫਿਰ ਪੜ੍ਹੀ ਜਾ ਸਾਰੀ ਉਮਰ। ਪੜ੍ਹ ਪੜ੍ਹ ਗੱਡੀ ਲੱਦੀ ਹੈ ਉਹਨਾਂ ਫਿਰ, ਨਹੀਂ ਤਾਂ ਗੁਰੂ ਨਾਨਕ ਜੀ ਇਹ ਗੱਲ ਕਹਿਣ ਦੀ ਕੀ ਲੋੜ ਸੀ, ਇਹ ਗੱਲ ਕਹਿਣ ਦੀ ਕੀ ਲੋੜ ਸੀ। ਪੜ੍ਹਨ ਨਾਲ ਨਹੀਂ, ਪੜ੍ਹਨ ਨਾਲ ਸੰਸਾਰ ਮਿਲਦਾ, ਰੱਬ ਨਹੀਂ ਮਿਲਦਾ। ਪੜ੍ਹਨ ਨਾਲ ਸੰਸਾਰ ਜ਼ਰੂਰ ਮਿਲਦਾ। ਮੈਂ ਹੁਣੇ ਤੁਹਾਨੂੰ ਕਿਹਾ ਸੀ, ਜਿਹਨੂੰ ਸੰਸਾਰਕ ਚੀਜ਼ਾਂ ਚਾਹੀਦੀਆਂ ਬਾਣੀ ਪੜ੍ਹੋ, ਮਿਲ ਜਾਣਗੀਆਂ। ਰੱਬ ਚਾਹੀਦਾ ਉਹ ਮਨ ਦੀ ਮੈਲ ਉਤਰਨੀ ਚਾਹੀਦੀ ਹੈ, ਅਤੇ ਮਨ ਦੀ ਮੈਲ ਉਨਾ ਚਿਰ ਨਹੀਂ ਉਤਰਦੀ ਜਿੰਨਾ ਚਿਰ ਬੰਦਾ ਗੁਰਬਾਣੀ ਅਨੁਸਾਰ ਜੀਵਨ ਨਹੀਂ ਜਿਉਂਦਾ, ਉਹਨਾਂ ਚਿਰ ਨਹੀਂ ਉਤਰਦੀ ਹੈ। ਉਂਝ ਮੈਂ ਸਿਮਰਨ ਕਰਦਾ, ਉਂਝ ਤਾਂ ਕਹਿੰਦੇ ਸਿਮਰਨ ਜਿਹੜਾ ਮਨ ਦੀ ਮੈਲ ਉਤਾਰਦਾ ਕੋਈ ਸ਼ੱਕ ਨਹੀਂ, ਪਰ ਜੇ ਮੇਰਾ ਜੀਵਨ ਹੀ ਗੁਰਬਾਣੀ ਅਨੁਸਾਰ ਨਹੀਂ ਤਾਂ ਮੇਰੇ ਕੀਤਾ ਹੋਇਆ ਸਿਮਰਨ ਵੀ ਮੇਰੀ ਮੈਲ ਨਹੀਂ ਉਤਾਰੇਗਾ। ਉਹ ਜਿਹੜੀ ਮੈਲ ਉਤਾਰੇਗਾ ਮੈਂ ਕੋਈ ਪੁੱਠਾ ਕੰਮ ਕਰਕੇ ਹੋਰ ਲਾ ਲਾਂਗਾ ਉਸਨੂੰ, ਉਹ ਨਹੀਂ ਉਤਰਦੀ ਫਿਰ ਇਸ ਤਰ੍ਹਾਂ। ਤਾਂ ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜੇ। ਗਿਆਨੀਆਂ ਨੂੰ ਆ ਬ੍ਰਹਮ ਗਿਆਨ ਜਾ ਕੇ ਪੁੱਛ ਲਓ ਕਿ ਨਿਰੀਆਂ ਕਿਤਾਬਾਂ ਪੜ੍ਹਨ ਦੇ ਨਾਲ ਇਹ ਮਨ ਦੀ ਮੈਲ ਨਹੀਂ ਉਤਰਦੀ। ਕਿਉਂਕਿ ਸਮਾਂ ਹੋ ਗਿਆ। ਬਾਕੀ ਕੱਲ੍ਹ ਨੂੰ ਇੱਕ ਬੇਨਤੀ ਹੈ ਸਾਰੀ ਸੰਗਤ ਨੂੰ, ਕੱਲ੍ਹ ਨੂੰ ਅਖੰਡ ਪਾਠ ਸ਼ੁਰੂ ਹੋ ਰਹੇ ਨੇ। ਆਪਾਂ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਦੀ ਯਾਦ ਬਣਾ ਰਹੇ ਹਾਂ। ਇਸ ਸੰਬੰਧ 'ਚ ਸਾਰੇ ਅਖੰਡ ਪਾਠ ਹੋ ਰਹੇ ਨੇ। ਸੋ ਯਾਦ ਰੱਖਣਾ, ਜਿੰਨੇ ਵੀ ਪਾਠੀ ਸੁਣ ਰਹੇ ਹੋ, ਘਰਾਂ 'ਚ ਬੈਠੇ ਵੀ ਸਭ ਨੂੰ ਬੇਨਤੀ ਹੈ ਆਪਣੀ ਆਪਣੀ ਜਿਹੜੀ ਡਿਊਟੀਆਂ ਨੇ ਉਹ ਯਾਦ ਰੱਖਣੀ। ਅਤੇ ਜਿਹੜੀ ਜੇ ਕਥਾ ਹੈ ਰਾਤ ਵਾਲੀ, ਇਹ 2 ਦਿਨ ਨਹੀਂ ਹੋਵੇਗੀ, ਕੱਲ੍ਹ ਅਤੇ ਪਰਸੋਂ, ਕਿਉਂਕਿ ਇੱਥੇ ਅਖੰਡ ਪਾਠ ਚੱਲ ਰਹੇ ਹੋਣਗੇ। ਐਤਵਾਰ ਨੂੰ ਫਿਰ ਕਥਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।